ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪਿਛਲੇ ਹਫਤੇ ਬੁੱਧਵਾਰ ਤੋਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਸ੍ਰੀ ਰਾਗ ਕੀ ਵਾਰ ਦੀ ਵਿਚਾਰ ਆਰੰਭ ਕੀਤੀ ਸੀ ਔਰ ਪਹਿਲੀ ਪੌੜੀ ਅਤੇ ਉਸ ਦੇ ਨਾਲ ਲੱਗਦੇ ਦੋ ਸ਼ਲੋਕਾਂ ਦੀ ਵਿਚਾਰ ਅਸੀਂ ਪਿਛਲੇ ਵਾਰ ਸੰਪੂਰਨ ਕੀਤੀ ਸੀ। ਅੱਜ ਪੌੜੀ ਨੰਬਰ 2 ਦੇ ਨਾਲ ਲੱਗਦੇ ਜਿਹੜੇ ਸ਼ਲੋਕ ਹਨ ਅਤੇ ਪੌੜੀ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਸੋ ਪਹਿਲਾਂ ਸ਼ਲੋਕਾਂ ਦਾ ਪਾਠ ਕਰ ਲੈਂਦੇ ਹਾਂ। ਇਹ ਪੌੜੀ ਨੰਬਰ 2 ਦੇ ਨਾਲ ਲੱਗਦੇ ਸ਼ਲੋਕ ਹਨ ਜੋ ਆਪ ਜੀ ਦੇ ਸਾਹਮਣੇ ਸਕਰੀਨ ਤੇ ਦਿਖਾਏ ਜਾ ਰਹੇ ਹਨ। ਸ਼ਲੋਕ ਮਹਲਾ ਪਹਿਲਾ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਗੰਦੇ ਨਾ ਲਹਿਨ ਇੱਕ ਨਾ ਸੁਤਿਆਂ ਦੇ ਉਠਾਲ। ਮਹਲਾ ਪਹਿਲਾ। ਸਿਦਕ ਸਬੂਰੀ ਸਾਧਕਾਂ, ਸਬਰ ਤੋਸਾ ਮਲਾਇਕਾਂ, ਦੀਦਾਰ ਪੂਰੇ ਪਾਇਸਾ, ਥਾਂ ਨਾਹੀ ਖਾਇਕਾਂ। ਇਹ ਜੋ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਹੈ, ਪਰ ਇਹੀ ਸ਼ਲੋਕ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਦੇ ਵਿੱਚ ਵੀ ਦਰਜ ਹੈ। ਸੋ ਪਹਿਲਾਂ ਇਸ ਪਹਿਲੇ ਸ਼ਲੋਕ ਦੀ ਵਿਚਾਰ ਕਰਦੇ ਹਾਂ। ਸ਼ਲੋਕ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਹੈ। ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਦਾਤੀ ਇਹ ਦਾਤ ਤੋਂ ਬਹੁਵਚਨ ਹੈ। ਬਹੁਤ ਸਾਰੀਆਂ ਦਾਤਾਂ ਦੀ ਗੱਲ ਹੋ ਰਹੀ ਹੈ। ਭਾਵ ਸਾਰੀਆਂ ਹੀ ਦਾਤਾਂ। ਸਾਹਿਬ ਦਾ ਅਰਥ ਹੈ ਮਾਲਕ, ਅਕਾਲ ਪੁਰਖ ਵਾਸਤੇ ਆਇਆ ਹੈ। ਸੰਧੀਆਂ, ਸੰਧੀਆਂ ਦਾ ਭਾਵ ਹੈ ਉਸ ਦੀਆਂ ਹਨ, ਪਰਮਾਤਮਾ ਦੀਆਂ ਹਨ ਸੰਧੀਆਂ, ਉਸ ਨੂੰ ਹੀ ਬਿਲੋਂਗ ਕਰਦੀਆਂ ਹਨ, ਉਹਦੇ ਵੱਲੋਂ ਹੀ ਮਿਲਦੀਆਂ ਹਨ। ਕਿਆ ਚੱਲੇ ਤਿਸ ਨਾਲ। ਤਿਸ ਲਫ਼ਜ਼ ਵੀ ਅਕਾਲ ਪੁਰਖ ਦੇ ਵਾਸਤੇ ਹੀ ਆਇਆ ਹੈ। ਉਸ ਨਾਲ, ਉਸ ਪਰਮਾਤਮਾ ਦੇ ਨਾਲ ਕਿਆ ਚੱਲੇ। ਕਿਆ ਚੱਲੇ ਦਾ ਭਾਵ ਹੈ ਕਿ ਕਿਸੇ ਦਾ ਕੀ ਜ਼ੋਰ ਚੱਲ ਸਕਦਾ ਹੈ। ਤੋ ਸਾਰੀ ਪਹਿਲੀ ਜੋ ਪੰਕਤੀ ਹੈ ਉਸਦੇ ਸਾਰੀ ਦਾ ਭਾਵ ਇਸ ਤਰ੍ਹਾਂ ਹੈ ਕਿ ਜੀਵਾਂ ਨੂੰ ਜਿਤਨੀਆਂ ਵੀ ਦਾਤਾਂ ਬਖਸ਼ਿਸ਼ਾਂ ਮਿਲਦੀਆਂ ਹਨ, ਜਿਹੜੀਆਂ ਵੀ ਸਹੂਲਤਾਂ, ਜਿਹੜੀਆਂ ਵੀ ਮਾਇਕ ਪਦਾਰਥ ਜਾਂ ਹੋਰ ਚੀਜ਼ਾਂ ਦਾ ਦੁਨੀਆ ਦੇ ਵਿੱਚ ਜਿਹੜੀਆਂ ਵੀ ਫੈਸਿਲਿਟੀਜ਼ ਹਨ, ਜਿਨ੍ਹਾਂ ਦਾ ਵੀ ਉਹ ਇਸਤੇਮਾਲ ਕਰਦੇ ਹਨ ਜੀਵਨ ਨਿਰਬਾਹ ਦੇ ਵਾਸਤੇ, ਜੀਵਨ ਦੇ ਵਿੱਚ ਆਨੰਦ ਮਾਣਨ ਵਾਸਤੇ, ਜਿਹੜੀਆਂ ਵੀ ਚੀਜ਼ਾਂ ਇਨਸਾਨ ਜਾਂ ਹੋਰ ਜੀਵ ਇਸਤੇਮਾਲ ਕਰਦੇ ਹਨ, ਉਹ ਸਭ ਸਾਹਿਬ ਸੰਧੀਆਂ ਹਨ। ਉਸ ਮਾਲਕ ਦੀਆਂ ਹੀ ਭੇਜੀਆਂ ਹੋਈਆਂ, ਮਾਲਕ ਦੀਆਂ ਹੀ ਬਖਸ਼ੀਆਂ ਹੋਈਆਂ ਹਨ। ਪਰ ਕਿਹੜੇ ਜੀਵ ਨੂੰ ਕਿਹੜੀ ਦਾਤ ਮਿਲਣੀ ਹੈ, ਕਿੰਨੀ ਮਿਲਣੀ ਹੈ, ਕਦੋਂ ਮਿਲਣੀ ਹੈ, ਇਸ ਦਾ ਮਾਲਕ ਆਪ ਹੀ ਫੈਸਲਾ ਕਰਦਾ ਹੈ। ਕਿਆ ਚੱਲੇ ਤੇ ਇਸ ਨਾਲ ਤੋਂ ਭਾਵ ਹੈ ਕਿ ਜੀਵ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ ਉਸ ਮਾਲਕ ਦੇ ਨਾਲ ਕਿ ਇਹ ਫਲਾਣੀ ਫਲਾਣੀ ਚੀਜ਼ ਮੈਨੂੰ ਹੁਣੇ ਚਾਹੀਦੀ ਹੈ ਔਰ ਇੰਨੀ ਮਾਤਰਾ ਵਿੱਚ ਚਾਹੀਦੀ ਹੈ। ਜੀਵ ਆਪਣੀ ਲੋੜਾਂ, ਆਪਣੀਆਂ ਮੰਗਾਂ ਪ੍ਰਭੂ ਦੇ ਅੱਗੇ ਪੇਸ਼ ਕਰ ਸਕਦਾ ਹੈ, ਰੱਖ ਸਕਦਾ ਹੈ। ਇਹ ਅੱਗੋਂ ਮਾਲਕ ਦੀ ਮਰਜ਼ੀ ਹੈ ਕਿ ਉਹਦੇ ਵਿੱਚੋਂ ਕਿਹੜੀ ਮੰਗ ਨੂੰ ਪੂਰਾ ਕਰੇ, ਕਿਹੜੀ ਨੂੰ ਨਾ ਪੂਰਾ ਕਰੇ, ਕਿਹੜੀ ਦਾਤ ਦੀ ਬਖਸ਼ਿਸ਼ ਕਰੇ, ਕਿਹੜੀ ਦੀ ਨਾ ਬਖਸ਼ਿਸ਼ ਕਰੇ। ਇਹ ਫੈਸਲਾ, ਇਹ ਡਿਸੀਜਨ ਪਰਮਾਤਮਾ ਦਾ ਹੈ। ਕਿਸੇ ਇਨਸਾਨ ਦਾ ਆਪਣਾ ਜ਼ੋਰ ਨਹੀਂ ਹੈ ਕਿ ਉਹ ਆਪਣਾ ਹੱਕ ਜਤਾਏ ਕਿ ਮੈਂ ਤਾਂ ਪੇਮੈਂਟ ਕੀਤੀ ਹੈ, ਮੈਨੂੰ ਮਾਲ ਮਿਲਣਾ ਹੀ ਚਾਹੀਦਾ ਹੈ। ਇਹ ਕੋਈ ਵਪਾਰ ਨਹੀਂ ਹੈ। ਇਹ ਪਰਮਾਤਮਾ ਦੀਆਂ ਦਾਤਾਂ ਹਨ, ਬਖਸ਼ਿਸ਼ਾਂ ਹਨ। ਸਾਡਾ ਉਹਦੇ ਤੇ ਕੋਈ ਜ਼ੋਰ ਨਹੀਂ ਹੈ। ਸੋ ਇਸੇ ਹੀ ਭਾਵ ਨੂੰ ਇਹ ਪੰਕਤੀ ਬਿਆਨ ਕਰਦੀ ਹੈ ਔਰ ਸਪਸ਼ਟ ਕਰਦੀ ਹੈ ਕਿ ਸਾਰੀਆਂ ਦਾਤਾਂ ਮਾਲਕ ਦੀਆਂ ਹੀ ਹਨ। ਜੀਵ ਇਹ ਨਹੀਂ ਕਲੇਮ ਕਰ ਸਕਦੇ ਕਿ ਮੈਨੂੰ ਜਿਹੜਾ ਇਹ ਸਰੀਰ ਹੈ ਮੇਰਾ, ਇਹ ਮੇਰੀ ਆਪਣੀ ਮਲਕੀਅਤ ਹੈ। ਇਹ ਸਰੀਰ ਵੀ ਪਰਮਾਤਮਾ ਦੀ ਹੀ ਦਾਤ ਹੈ।
ਹੁਣ ਜਨਮ ਤੋਂ ਸਾਨੂੰ ਫੰਕਸ਼ਨਲ ਬੋਡੀ ਮਿਲਦੀ ਹੈ ਜਿਹਦੇ ਸਾਰੇ ਅੰਗ ਕੰਮ ਕਰ ਰਹੇ ਹੁੰਦੇ ਹਨ ਤੇ ਅਸੀਂ ਸਮਝਦੇ ਹਾਂ ਵੀ ਇਹ ਤਾਂ ਨਾਰਮਲ ਜੀ ਗੱਲ ਹੈ, ਹੋਣਾ ਹੀ ਚਾਹੀਦਾ ਹੈ। ਜੇ ਕਿਸੇ ਦੇ ਬੱਚੇ ਦਾ ਜਨਮ ਤੋਂ ਕੋਈ ਅੰਗ ਖਰਾਬ ਨਿਕਲ ਆਉਂਦਾ ਹੈ, ਕਿਸੇ ਨੂੰ ਜਨਮ ਤੋਂ ਹੀ ਅੱਖਾਂ ਦੀ ਜੋਤ ਨਹੀਂ ਹੁੰਦੀ, ਕਈ ਜਨਮ ਤੋਂ ਹੀ ਸੁਣਨ ਤੋਂ ਵਾਂਝੇ ਹੁੰਦੇ ਹਨ, ਜਾਂ ਹੋਰ ਕਿਸੇ ਕਿਸਮ ਦਾ ਕੋਈ ਸਰੀਰਕ ਨੁਕਸ ਹੁੰਦਾ ਹੈ, ਤਾਂ ਉਹ ਐਕਸੈਪਸ਼ਨਲ ਕੇਸ ਹੁੰਦੇ ਹਨ। ਥੋੜੇ ਬਹੁਤ ਛੋਟੀ ਪਰਸੈਂਟੇਜ ਐਸੇ ਲੋਕਾਂ ਦੀ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਜਮਾਂਦਰੂ ਕਈ ਕਮੀਆਂ ਹੁੰਦੀਆਂ ਹਨ। ਪਰ ਹੁਣ ਉਹ ਇਹ ਕਹਿਣਗੇ ਅਸੀਂ ਤੇ ਦਾਵਾ ਕਰਾਂਗੇ ਕਿ ਸਾਡੇ ਨਾਲ ਜ਼ਿਆਦਤੀ ਹੋ ਗਈ ਹੈ, ਰੱਬ ਨੇ ਸਾਨੂੰ ਪੂਰਾ ਸਹੀ ਸਰੀਰ 100% ਫੰਕਸ਼ਨਲ ਸਰੀਰ ਨਹੀਂ ਦਿੱਤਾ ਹੈ, ਤਾਂ ਇਹ ਕੋਈ ਦਾਵਾ ਵੈਲਿਡ ਨਹੀਂ ਹੈ। ਜਿਨ੍ਹਾਂ ਨੂੰ ਸਭ ਨੂੰ ਚੰਗਾ ਸਰੀਰ, ਸੁਡੋਲ ਸਰੀਰ ਮਿਲਿਆ ਹੈ, ਜਿਹਦੇ ਸਾਰੇ ਅੰਗ ਪੂਰੀ ਤਰ੍ਹਾਂ ਨਾਲ ਕੰਮ ਕਰਦੇ ਹਨ, ਉਹਨਾਂ ਨੂੰ ਵੀ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਅੰਦਰ ਕੋਈ ਕਮੀ ਨਹੀਂ ਹੈ, ਸਭ ਕੁਝ ਠੀਕ ਠਾਕ ਚੱਲ ਰਿਹਾ ਹੈ। ਇਹ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਪਰ ਲੋਕ ਆਮ ਤੌਰ ਦੇ ਉੱਤੇ ਇਸ ਨੂੰ ਆਪਣਾ ਹੱਕ ਸਮਝ ਕੇ ਕਹਿੰਦੇ ਹਨ ਵੀ ਇਹ ਤਾਂ ਠੀਕ ਹੈ, ਨਾਰਮਲ ਜੀ ਗੱਲ ਹੈ, ਇਹਦੇ ਵਿੱਚ ਕੀ ਸ਼ੁਕਰਾਨਾ ਕਰਨਾ ਹੋਇਆ। ਬਲਕਿ ਜਿਨ੍ਹਾਂ ਦੀ ਕੋਈ ਕਮੀ ਹੁੰਦੀ ਹੈ ਉਹ ਰੱਬ ਨੂੰ ਉਲਾਮੇ ਦਿੰਦੇ ਹਨ ਕਿ ਅਸੀਂ ਤੇਰਾ ਕੀ ਵਿਗਾੜਿਆ ਸੀ ਜੋ ਤੂੰ ਸਾਡੇ ਨਾਲ ਇਹ ਜ਼ਿਆਦਤੀ ਕਰ ਦਿੱਤੀ। ਗੁਰਬਾਣੀ 'ਚ ਇੱਕ ਹੋਰ ਥਾਂ ਵੀ ਇਸ ਤਰ੍ਹਾਂ ਵਰਣਨ ਆਉਂਦਾ ਹੈ ਕਿ ਜੋ 10 ਦਾਤਾਂ ਪ੍ਰਮਾਤਮਾ ਵੱਲੋਂ ਬਖਸ਼ਿਸ਼ ਰੂਪ ਵਿੱਚ ਮਿਲੀਆਂ ਹੁੰਦੀਆਂ ਹਨ, ਬੰਦਾ ਉਹਨਾਂ ਨੂੰ ਤਾਂ ਭੁੱਲ ਜਾਂਦਾ ਹੈ ਕਿ ਕੋਈ ਇੱਕ ਚੀਜ਼ ਦੀ ਕਮੀ ਹੁੰਦੀ ਹੈ ਤਾਂ ਉਹਦੇ ਕਰਕੇ ਰੱਬ ਨੂੰ ਉਲਾਮੇ ਦਿੰਦਾ ਹੈ, ਗਿਲੇ ਕੱਢਦਾ ਹੈ ਕਿ ਇਹ ਕਿਉਂ ਨਹੀਂ ਮੈਨੂੰ ਦਿੱਤੀ। ਤਾਂ ਉਹ ਗੁਰੂ ਸਾਹਿਬ ਕਹਿੰਦੇ ਹਨ ਕਿ ਵੀ ਉਹ ਇੱਕ ਵੀ ਨਾ ਦੇ, ਜਿਹੜੀਆਂ 10 ਦਿੱਤੀਆਂ ਹੋਈਆਂ ਨੇ ਉਹ ਵੀ ਵਾਪਸ ਲੈ ਲਵੇ, ਤਾਂ ਤੂੰ ਕੀ ਵਿਗਾੜ ਲਏਗਾ, ਕੀ ਕਰ ਲਏਗਾ। 10 ਵਸਤੂ ਲੈ पाछे पावे, एक वस्त कारण बिखोट गवावे, एक भी ना दे 10 भी हिर ले तो मूड़ा कहाँ करे। ये मूर्ख इंसान कर की लेगा जे 10 वस्तुआं जड़ियां रब वालों दात वजों मिलियां ने वो भी वापस ले लवे, उहदियां चीज़ां ने वापस ले सकता है। तो ये गुरबाणी दे अंदर गल सानू बार बार समझाई जाती है कि जीवन के अंदर जो कुछ भी असी वरत रहे हाँ ये सब दाता प्रभु दियां बख्शिश हैं। साडा कोई किसी किस्म का कोई जद्दी अधिकार नहीं है कि सानू एक मकान तो मिलना ही चाहिए है, सानू रोटी कपड़े वास्ते पैसे दौलत मिलनी ही चाहिए है, होर सुख आराम के साधन ने वो साडा हक है, वो तो सानू मिलना ही चाहिए है। ये इस किस्म का कोई जिंदगी का कोई ऐसा नियम नहीं है। जिस कादर ने कुदरत बनाई है उन्हें अपने नियम बनाए हैं ते अपनी मर्जी दे नाल जीवां नूं कई दातां बख्श दित्तियां हैं ते कुछ एक दे वास्ते ऐसे हालात बनाए हैं कि जीवां नूं कुछ मेहनत करके, कुछ यतन करके कुछ दातां दी, कुछ चीज़ां दी प्राप्ति करनी पैंदी है। तो जिस तरह का निज़ाम, जिस तरह का नियम प्रभु ने घड़िया है ਉਹਦੀ रज़ा ਦੇ ਵਿੱਚ ही राजी रहना यही इंसान ਨੂੰ ਫਬਦਾ है। हुक्म रज़ाई चलना नानक लिखिया नाल। तो इस गल ਨੂੰ ਸਾਨੂੰ स्पष्ट तौर के उत्ते समझ लेना चाहिए है और अपने आप ਨੂੰ मना लेना चाहिए है कि जो कुछ भी सानू जमांदरू मिलिया है ये सब उस प्रभु की दित्तियां हुई बख्शिशां हैं, दातां हैं। ਤੇ ਜੋ ਕੁਝ ਸਾਡੇ ਮਨ ਦੇ ਵਿੱਚ ਹੋਰ ਮੰਗਾਂ ਉੱਠਦੀਆਂ ਹਨ, ਜੋ ਸਾਡੇ ਅੰਦਰ ਹੋਰ ਦੀ ਡਿਮਾਂਡ ਉੱਠਦੀ ਹੈ, ਇਹ ਠੀਕ ਹੈ ਕਿ ਉਹ ਪ੍ਰਭੂ ਸਾਡਾ ਪਿਤਾ ਹੈ, ਸਾਨੂੰ ਬਣਾਉਣ ਵਾਲਾ ਹੈ, ਅਸੀਂ ਉਸੇ ਪਾਸੋਂ ਹੀ ਸਭ ਕੁਝ ਮੰਗਣਾ ਹੈ। ਅਸੀਂ ਆਪਣੇ ਦਿਲ ਦੀ ਇੱਛਾ ਉਹਦੇ ਅੱਗੇ ਪੇਸ਼ ਕਰ ਸਕਦੇ ਹਾਂ, ਰੱਖ ਸਕਦੇ ਹਾਂ, ਪਰ ਉਹਦੇ ਉੱਤੇ ਕੋਈ ਦਾਅਵਾ ਨਹੀਂ ਕਰ ਸਕਦੇ ਕਿ ਵੀ ਇਹ ਤਾਂ ਮਿਲਣਾ ਹੀ ਮਿਲਣਾ ਚਾਹੀਦਾ ਹੈ। ਜੋ ਮੈਂ ਮੰਗਿਆ ਉਹ ਨਹੀਂ ਮਿਲੇਗਾ ਤੇ ਫਿਰ ਤੁਹਾਡਾ ਦੋਸ਼ ਹੈ। ਪ੍ਰਭੂ ਨੂੰ ਦੋਸ਼ ਨਹੀਂ ਦੇ ਸਕਦੇ, ਉਹਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੋ ਸਕਦੀ। ਕੋਈ ਕੋਸ਼ਿਸ਼ ਕਰਕੇ ਵੀ ਦੇਖ ਲਵੇ ਤਾਂ ਵੀ ਕੁਝ ਨਹੀਂ ਹੋਏਗਾ। ਸੋ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਉਹਦੇ ਨਾਲ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ। ਇਸ ਗੱਲ ਨੂੰ ਜਿੰਨੇ ਛੇਤੀ ਅਸੀਂ ਸਮਝ ਲਈਏ
ਸਾਡੇ ਵਾਸਤੇ ਉਨਾ ਹੀ ਚੰਗਾ ਹੈ ਔਰ ਉਹਦੀ ਦਾਤਾਂ ਦਾ ਸ਼ੁਕਰਾਨਾ ਕਰਦੇ ਰਹੀਏ। ਇਹ ਸਾਡਾ ਫਰਜ਼ ਹੈ। ਜੇ ਨਾ ਕਰੀਏ ਤਾਂ ਅਕਿਰਤ ਘਨ ਵਰਗੇ ਸਾਡਾ ਵਿਵਹਾਰ ਹੋਏਗਾ ਔਰ ਦੁਨੀਆ ਦੇ ਉੱਤੇ ਸਭ ਤੋਂ ਮਾੜੇ ਬੰਦੇ ਉਹੀ ਗਿਣੇ ਜਾਂਦੇ ਹਨ ਜੋ ਅਕਿਰਤ ਘਨ ਹੁੰਦੇ ਹਨ। ਭਾਈ ਗੁਰਦਾਸ ਦੀ ਵਾਰਾਂ ਦੇ ਵਿੱਚ ਵੀ ਇਸ ਗੱਲ ਦਾ ਵਰਣਨ ਆਉਂਦਾ ਹੈ ਕਿ ਇਸ ਧਰਤੀ ਦੇ ਉੱਤੇ ਹੋਰ ਕਿਸੇ ਜੀਵ ਦਾ ਧਰਤੀ ਭਾਰ ਨਹੀਂ ਮਹਿਸੂਸ ਕਰਦੀ, ਸਭ ਨੂੰ ਸਹਾਰਦੀ ਹੈ। ਜੀਵ ਜੰਤੂ, ਪਹਾੜ, ਪੇੜ ਪੌਦੇ, ਇਨਸਾਨ, ਜਾਨਵਰ ਸਭ ਦਾ ਭਾਰ ਸਹਾਰਦੀ ਹੈ। ਪਰ ਧਰਤੀ ਨੂੰ ਵੀ ਅਕਿਰਤ ਘਨਾਂ ਦਾ ਭਾਰ ਮਹਿਸੂਸ ਹੁੰਦਾ ਹੈ, ਉਹ ਵੀ ਇਹਨੂੰ ਸਹਾਰਨਾ ਨਹੀਂ ਚਾਹੁੰਦੀ। ਇਹ ਇੱਕ ਪੋਇਟਿਕ ਐਕਸਪ੍ਰੈਸ਼ਨ ਹੈ। ਕਵਿਤਾ ਦੇ ਵਿੱਚ ਖੂਬਸੂਰਤੀ ਨਾਲ ਗੱਲ ਭਾਈ ਸਾਹਿਬ ਨੇ ਪੇਸ਼ ਕੀਤੀ ਹੈ ਕਿ ਬਈ ਧਰਤੀ ਸਭ ਜੀਵਾਂ ਨੂੰ ਸਹਾਰ ਸਕਦੀ ਹੈ, ਪਰ ਅਕਿਰਤ ਘਨ ਨੂੰ ਸਹਾਰਨਾ ਉਹਨੂੰ ਵੀ ਮਾੜਾ ਲੱਗਦਾ। ਤਾਂ ਇਹ ਇੱਕ ਆਈਡੀਆ ਹੈ ਜਿਹੜਾ ਭਾਈ ਸਾਹਿਬ ਕਨਵੇ ਕਰਨਾ ਚਾਹੁੰਦੇ ਹਨ ਕਿ ਅਕਿਰਤ ਘਨਤਾ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਹੈ। ਐਸਾ ਕੰਮ, ਐਸਾ ਵਿਵਹਾਰ ਸਾਨੂੰ ਕਦੇ ਨਹੀਂ ਕਰਨਾ ਚਾਹੀਦਾ। ਤਾਂ ਜਿਸ ਮਾਲਕ ਨੇ ਸਾਨੂੰ ਅਨੇਕਾਂ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਸਾਨੂੰ ਉਹਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਔਰ ਇਸ ਪੰਕਤੀ ਤੋਂ ਵੀ ਸੁਨੇਹਾ ਇਹੀ ਗੁਰੂ ਸਾਹਿਬ ਦੇ ਰਹੇ ਹਨ ਕਿ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਕਿਸੇ ਦਾ ਉਹਦੇ ਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਉਹ ਆਪਣੀ ਮਿਹਰ ਦੇ ਵਿੱਚ ਆ ਕੇ ਦਇਆ ਕਰਕੇ ਸਾਨੂੰ ਜੋ ਜੋ ਦਾਤਾਂ ਦਿੰਦਾ ਹੈ, ਸਾਨੂੰ ਉਹਦੇ ਸ਼ੁਕਰਗੁਜ਼ਾਰ ਹੋਣਾ ਹੀ ਚਾਹੀਦਾ ਹੈ। ਫਿਰ ਇਸੇ ਗੱਲ ਨੂੰ ਹੋਰ ਅੱਗੇ ਖੋਲਦੇ ਹਨ। ਇੱਕ ਜਗੰਦੇ ਨਾ ਲਹਿਣ, ਇੱਕ ਨਾ ਸੁਤਿਆਂ ਦੇ ਉਠਾ। ਕਈ ਜਾਗਦੇ ਜੀਵਾਂ ਨੂੰ ਵੀ ਕੁਝ ਦਾਤਾਂ ਨਹੀਂ ਲੱਭਦੀਆਂ, ਪ੍ਰਾਪਤੀਆਂ ਨਹੀਂ ਹੁੰਦੀਆਂ, ਤੇ ਕਈਆਂ ਨੂੰ ਸੁਤਿਆਂ ਨੂੰ ਵੀ ਆਪ ਉਠਾ ਕੇ ਪ੍ਰਭੂ ਉਹ ਬਖਸ਼ਿਸ਼ਾਂ ਕਰ ਦਿੰਦਾ ਹੈ। ਇਹ ਜਾਗਦੇ ਔਰ ਸੁੱਤੇ, ਇਹਨਾਂ ਨੂੰ ਕਿਸੇ ਵੀ ਅਰਥਾਂ ਵਿੱਚ ਅਸੀਂ ਸਮਝੀਏ, ਚਾਹੇ ਸਰੀਰਕ ਨੀਂਦ ਦੀ ਗੱਲ ਦੇ ਭਾਵ ਦੇ ਵਿੱਚ ਸਮਝ ਲਈਏ, ਜਿਹੜੇ ਸਰੀਰਕ ਤੌਰ ਤੇ ਸੁੱਤੇ ਹੋਏ ਹਨ ਅਤੇ ਸਰੀਰਕ ਤੌਰ ਤੇ ਜਾਗਦੇ ਹਨ, ਉਸ ਭਾਵ ਵਿੱਚ ਲੈ ਲਈਏ, ਤੇ ਭਾਵੇਂ ਆਤਮਿਕ ਤੌਰ ਦੇ ਉੱਤੇ ਜਿਹੜੇ ਆਪਣੇ ਫਰਜ਼ਾਂ ਤੋਂ ਦੇ ਬਾਰੇ ਜਾਗਰੂਕ ਹਨ, ਮਨੁੱਖੀ ਜੀਵਨ ਦਾ ਜੋ ਫਰਜ਼ ਹੈ ਉਹਦੇ ਬਾਰੇ ਜਿਹੜੇ ਜਾਗਰੂਕ ਹਨ ਉਹ ਜਗੰਦੇ ਹਨ, ਤੇ ਜਿਹੜੇ ਉਹਦੇ ਵੱਲੋਂ ਵੇਸਲੇ ਹਨ ਉਹ ਸੁੱਤੇ ਹਨ। ਕਿਸੇ ਵੀ ਅਵਸਥਾ ਦੇ ਕਿਸੇ ਵੀ ਭਾਵ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਲਵੋ ਤਾਂ ਵੀ ਇਹਦੇ ਚੋਂ ਜੋ ਭਾਵ ਸਪਸ਼ਟ ਹੋ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਇਹ ਪ੍ਰਭੂ ਦੀ ਆਪਣੀ ਰਜ਼ਾ ਹੈ ਕਿ ਉਹ ਕਿਹਨਾਂ ਨੂੰ ਕਿਹੜੀਆਂ ਦਾਤਾਂ ਕਦੋਂ ਬਖਸ਼ਿਸ਼ ਕਰਦਾ ਹੈ। ਜਿਹੜੇ ਲੋਕ ਧਾਰਮਿਕ ਪੱਖ ਤੋਂ ਆਪਣੇ ਮਨੁੱਖੀ ਜੀਵਨ ਦੇ ਫਰਜ਼ਾਂ ਦੇ ਬਾਰੇ ਜਾਗਰੂਕ ਹਨ ਅਤੇ ਧਰਮ ਦੇ ਰਾਹ ਦੇ ਉੱਤੇ ਚੱਲਦੇ ਹਨ, ਧਾਰਮਿਕ ਕਰਮ ਕਰਦੇ ਹਨ ਜੀਵਨ ਦੇ ਅੰਦਰ, ਉਹ ਵੀ ਦਾਅਵਾ ਨਹੀਂ ਕਰ ਸਕਦੇ ਕਿ ਬਈ ਮੈਂ ਤਾਂ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹਾਂ, ਮੈਂ ਨਾਮ ਬਾਣੀ ਨਾਲ ਜੁੜਦਾ ਹਾਂ, ਮੈਂ ਪ੍ਰਭੂ ਦੀ ਸਿਫਤ ਸਲਾਹ ਦੇ ਵਿੱਚ ਜੁੜਦਾ ਹਾਂ, ਮੈਂ ਆਪਣੇ ਇਨਸਾਨੀਅਤ ਦਾ ਫਰਜ਼ ਪੂਰੇ ਨਿਭਾ ਰਿਹਾ ਹਾਂ, ਇਸ ਕਰਕੇ ਮੈਨੂੰ ਫਲਾਣੀ ਚੀਜ਼ਾਂ ਤਾਂ ਮਿਲਣੀਆਂ ਹੀ ਚਾਹੀਦੀਆਂ ਹਨ, ਮੇਰਾ ਜੀਵਨ ਤਾਂ ਉੱਚਾ ਸੁੱਚਾ ਮੰਨਿਆ ਹੀ ਜਾਣਾ ਚਾਹੀਦਾ ਹੈ, ਤੇ ਮੈਨੂੰ ਪਰਮਾਤਮਾ ਦੇ ਦਰਗਾਹ ਤੋਂ ਇੱਜ਼ਤ ਮਾਨ ਵੀ ਮਿਲਣਾ ਚਾਹੀਦਾ ਹੈ, ਜਾਂ ਮੈਨੂੰ ਪਰਮਾਤਮਾ ਦੇ ਨਾਲ ਭੇਟਤਾ ਮਿਲਣੀ ਹੀ ਚਾਹੀਦੀ ਹੈ, ਕਿਉਂਕਿ ਮੈਂ ਤਾਂ ਫਲਾਣੇ ਕਰਮ, ਧਾਰਮਿਕ ਕਰਮ ਕਰਦਾ ਹਾਂ, ਮੈਂ ਧਾਰਮਿਕ ਤੌਰ ਤੇ ਜਾਗਦਾ ਹਾਂ। ਨਹੀਂ, ਇਹ ਜੋ ਕਰਮ ਇਨਸਾਨ ਕਰਦੇ ਹਨ ਉਹ ਕਰਕੇ ਵੀ ਇਸ ਨੂੰ ਵੀ ਉਹ ਪ੍ਰਭੂ ਦੀ ਦਾਤ ਹੀ ਮੰਨ ਕੇ ਚੱਲਣ ਤਾਂ ਹੀ ਭਲਾ ਹੈ। ਨਹੀਂ ਤਾਂ ਜੋ ਅਹੰਕਾਰ ਦੀ ਭਾਵਨਾ ਅੰਦਰ ਆ ਜਾਂਦੀ ਹੈ ਉਹ ਪ੍ਰਭੂ ਤੋਂ ਤੋੜ ਵਿਛੋੜਾ ਕਰਨ ਦਾ ਹੀ ਕਾਰਨ ਬਣਦੀ ਹੈ। ਜੇ ਕੋਈ ਆਪਣੇ ਜੀਵਨ ਦੇ ਅੰਦਰ ਧਾਰਮਿਕ ਕਰਮਾਂ ਦੇ ਕਰਨ ਦਾ ਵੀ ਹੰਕਾਰ ਕਰਦਾ ਹੈ, ਦਾਅਵੇ ਕਰਦਾ ਹੈ ਕਿ ਮੈਂ ਇਤਨੇ ਅੱਛੇ ਜੀਵਨ ਵਾਲਾ ਹਾਂ, ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਨਾਮ ਬਾਣੀ ਪੜ੍ਹਦਾ ਹਾਂ, ਮੈਂ ਦਾਨ ਪੁੰਨ ਕਰਦਾ ਹਾਂ, ਮੈਂ ਹੋਰ ਕਈ ਤਰ੍ਹਾਂ ਦੇ ਧਾਰਮਿਕ ਕਰਮ ਕਰਦਾ ਹਾਂ, ਲੋਕਾਂ ਦਾ ਭਲਾ ਕਰਦਾ ਹਾਂ, ਕਈ ਜੋ ਵੀ ਦਾਅਵੇ ਕਰ ਸਕਦਾ ਇਨਸਾਨ, ਪਰ ਉਹ ਸਭ ਕੁਝ ਕਰਕੇ ਵੀ ਇਹ ਸੋਚਣਾ ਕਿਉਂਕਿ ਮੈਂ ਇਹ ਕਰਮ ਕਰਦਾ ਹਾਂ ਤੇ ਮੈਨੂੰ ਇਹਨਾਂ ਦਾ ਫਲਾਣਾ ਫਲ ਮਿਲਣਾ ਹੀ ਚਾਹੀਦਾ ਹੈ, ਇਹ ਸੋਚ ਵੀ ਗਲਤ ਹੈ। ਇਹ ਪ੍ਰਭੂ ਦੀ ਬਖਸ਼ਿਸ਼ ਹੈ ਕਿ ਉਹ ਇਹ ਸਾਰਾ ਕੁਝ ਕਰਨ ਵਾਲਿਆਂ ਨੂੰ ਵੀ ਕਿਸੇ ਦਾਤ ਤੋਂ ਵਿਰਵਾ ਰੱਖੇ, ਨਾ ਮਿਲੇ ਉਹਨਾਂ ਨੂੰ ਕੋਈ ਦਾਤ, ਤੇ ਜਿਹੜੇ ਵਿਚਾਰੇ ਅਜੇ ਅਵੇਸਲੇ ਹਨ ਇਸ ਇਨਸਾਨੀਅਤ ਦੇ ਫਰਜ਼ ਤੋਂ, ਉਹਨਾਂ ਨੂੰ ਜਾਗਰੂਕ ਕਰਕੇ, ਉਹਨਾਂ ਨੂੰ ਐਸੇ ਸੱਚੇ ਗੁਰੂ ਦੇ ਨਾਲ ਮਿਲਾਪ ਕਰਾ ਕੇ ਸੁੱਤਿਆਂ ਨੂੰ ਵੀ ਅਵੇਸਲਿਆਂ ਨੂੰ ਵੀ ਜਾਗ੍ਰਿਤੀ ਬਖਸ਼ਿਸ਼ ਕਰੇ, ਉਹਨਾਂ ਨੂੰ ਗਿਆਨ ਬਖਸ਼ਿਸ਼ ਕਰ ਦੇਵੇ,
ਤੇ ਉਹਨਾਂ ਦੀ ਜ਼ਿੰਦਗੀ 'ਚ ਪਲਟਾ ਆ ਜਾਵੇ ਤੇ ਉਹਨਾਂ ਨੂੰ ਦਾਤਾਂ ਦਾ ਭਾਗੀ ਬਣਾ ਦੇਵੇ, ਇਹ ਪ੍ਰਭੂ ਦੀ ਆਪਣੀ ਰਜ਼ਾ ਹੈ। ਤੋ ਇਸੇ ਭਾਵ ਦੇ ਅੰਦਰ ਇਹ ਪੰਕਤੀ ਨੂੰ ਸਮਝਣਾ ਚਾਹੀਦਾ ਹੈ ਕਿ ਇੱਕ ਜਗੰਦੇ ਨਾ ਲਹਨ, ਇੱਕ ਨਾ ਸੁਤਿਆਂ ਦੇ ਉਠਾਲ। ਜਿਹੜੇ ਆਪਣੇ ਧਾਰਮਿਕ ਫਰਜ਼ਾਂ ਤੋਂ ਅਵੇਸਲੇ ਹਨ, ਅਣਜਾਣ ਹਨ, ਉਹਨਾਂ ਅਗਿਆਨੀਆਂ ਨੂੰ ਵੀ, ਅਣਜਾਣ ਬੰਦਿਆਂ ਨੂੰ ਵੀ ਐਸੇ ਹਾਲਾਤ ਬਣਾ ਕੇ, ਐਸੀ ਸੰਗਤ ਬਖਸ਼ ਕੇ ਤੇ ਧਾਰਮਿਕ ਤੌਰ ਤੇ ਜਾਗਰੂਕ ਕਰ ਸਕਦਾ ਹੈ ਪ੍ਰਭੂ, ਤੇ ਸੁਚੇਤ ਕਰ ਸਕਦਾ ਹੈ, ਤੇ ਉਹਨਾਂ ਨੂੰ ਆਪਣੀ ਬਖਸ਼ਿਸ਼ ਦੀ ਦਾਤ ਦਾ ਪਾਤਰ ਬਣਾ ਸਕਦਾ ਹੈ। ਤੇ ਇੱਕ ਐਸੇ ਹਨ ਜਿਹੜੇ ਸਾਰਾ ਕੁਝ ਗਿਆਨ ਰੱਖਦੇ ਹੋਏ ਵੀ ਉਹਦੀ ਦਾਤਾਂ ਦੇ ਪਾਤਰ ਨਹੀਂ ਬਣ ਸਕਦੇ, ਕਿਉਂਕਿ ਉਹਨਾਂ ਦੇ ਅੰਦਰ ਸ਼ਾਇਦ ਉਹਨਾਂ ਦੇ ਆਪਣੇ ਕੀਤੇ ਹੋਏ ਐਫਰਟਸ ਦਾ ਹੰਕਾਰ ਆ ਜਾਂਦਾ ਹੈ। ਗੁਰਬਾਣੀ 'ਚ ਇਹ ਗੱਲ ਵੀ ਬੜੀ ਸਪਸ਼ਟਤਾ ਦੇ ਨਾਲ ਸਮਝਾਈ ਗਈ ਹੈ ਕਿ ਹਰ ਜੀਉ ਹੰਕਾਰ ਨਾ ਪਾਵੇ। ਪ੍ਰਭੂ ਨੂੰ ਹੰਕਾਰ ਦੀ ਭਾਵਨਾ ਚੰਗੀ ਨਹੀਂ ਲੱਗਦੀ। ਔਰ ਇਹ ਵੀ ਪੰਕਤੀ ਆਉਂਦੀ ਹੈ ਕਿ ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸਾਂ ਇੱਕ ਠਾਂ। ਜਿੱਥੇ ਹਉਮੈ ਆ ਜਾਂਦੀ ਹੈ ਉੱਥੇ ਨਾਮ ਦਾ ਵਾਸਾ ਨਾ ਨਹੀਂ ਹੋ ਸਕਦਾ, ਕਿਉਂਕਿ ਨਾਮ ਉਹਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦਾ ਹੀ, ਉਹਦੇ ਹੁਕਮ ਦੇ ਵਿੱਚ ਚੱਲਣ ਦਾ ਹੀ ਨਾਮ ਹੈ। ਤੇ ਹਉਮੈ ਦੇ ਵਿੱਚ ਇਹ ਹੈ ਕਿ ਮੈਂ ਆਪਣੇ ਆਪ ਦੇ ਉੱਤੇ ਭਰੋਸਾ ਕਰਦਾ ਹਾਂ, ਨਾ ਕਿ ਪ੍ਰਭੂ ਦੇ ਉੱਤੇ। ਸੋ ਇਸ ਕਰਕੇ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਹੈ। ਤੇ ਜੇ ਧਾਰਮਿਕ ਕਰਮ ਕਰਦਿਆਂ ਹੋਇਆਂ ਵੀ ਕੋਈ ਇਨਸਾਨ ਹਉਮੈ ਦੀ ਭਾਵਨਾ ਅੰਦਰ ਰੱਖਦਾ ਹੈ ਤਾਂ ਉਹ ਜਗੰਦਿਆਂ ਹੋਇਆਂ ਵੀ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਦਾ। ਤੋ ਇਸ ਪੰਕਤੀ ਤੋਂ ਇਹੀ ਭਾਵ ਲੈਣਾ ਹੈ, ਇੱਕ ਜਗੰਦੇ ਨਾ ਲਹਨ, ਇੱਕ ਨਾ ਸੁਤਿਆਂ ਦੇ ਉਠਾਲ। ਸੁਤਿਆਂ ਤੋਂ ਭਾਵ ਹੈ ਜਿਹੜੇ ਅਜੇ ਅਣਜਾਣ ਹਨ ਇਸ ਆਪਣੇ ਧਾਰਮਿਕ ਫਰਜ਼ਾਂ ਤੋਂ, ਉਹਨਾਂ ਨੂੰ ਐਸੀ ਪ੍ਰੇਰਨਾ, ਐਸੇ ਹਾਲਾਤ ਬਣ ਜਾਂਦੇ ਹਨ ਕਿ ਕੋਈ ਨਾ ਕੋਈ ਸਬਬ ਬਣ ਜਾਂਦਾ ਹੈ ਕਿ ਉਹਨਾਂ ਨੂੰ ਵੀ ਸੋਝੀ ਮਿਲ ਜਾਂਦੀ ਹੈ ਤੇ ਉਹ ਆਪਣਾ ਜੀਵਨ ਸਹੀ ਮਾਰਗ ਤੇ ਚਲਾਣ ਦੇ ਸਮਰੱਥ ਹੋ ਜਾਂਦੇ ਹਨ, ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਹਨ। ਸੋ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਉਸ ਪ੍ਰਭੂ ਦੇ ਨਾਲ ਕਿਸੇ ਦਾ ਜ਼ੋਰ ਨਹੀਂ ਹੈ। ਕੋਈ ਇਹ ਨਹੀਂ ਕਿਹਾ ਜਾ ਸਕਦਾ ਕਿ ਫਲਾਣੇ ਬੰਦੇ ਉੱਤੇ ਬਖਸ਼ਿਸ਼ ਹੋਣੀ ਚਾਹੀਦੀ ਸੀ, ਉਹਦੇ ਤੇ ਨਹੀਂ ਹੋਈ, ਫਲਾਣੇ ਤੇ ਕੁਝ ਕੀਤਾ ਹੀ ਨਹੀਂ ਸੀਗਾ, ਉਹਦੇ ਤੇ ਬਖਸ਼ਿਸ਼ ਕਿਵੇਂ ਹੋ ਗਈ। ਇਹ ਸਾਡਾ ਹੱਕ ਨਹੀਂ ਹੈ। ਇਹ ਉਸ ਪ੍ਰਭੂ ਦੀ ਰਜ਼ਾ ਹੈ, ਉਹਦੀਆਂ ਬਖਸ਼ਿਸ਼ਾਂ ਹਨ। ਜਿੱਥੇ ਉਹਨੂੰ ਚੰਗਾ ਲੱਗਦਾ ਹੈ, ਜਿਵੇਂ ਉਹਨੂੰ ਚੰਗਾ ਲੱਗਦਾ ਹੈ, ਉਹ ਸਭ ਨੂੰ ਬਖਸ਼ਿਸ਼ਾਂ ਆਪਣੀ ਦਾਤ ਵਜੋਂ ਦਿੰਦਾ ਹੈ। ਅਗਲੇ ਸ਼ਲੋਕ ਦੇ ਅੰਦਰ ਵੀ ਇਸੇ ਕੰਟੈਕਸਟ ਦੇ ਅੰਦਰ ਗੁਰੂ ਸਾਹਿਬ ਗੱਲ ਕਰਦੇ ਹਨ ਕਿ ਸਿਦਕ ਸਬੂਰੀ ਸਾਧਕਾਂ, ਸਬਰ ਤੋਸ਼ਾ ਮਲਾਇਕਾਂ। ਸਿਦਕ ਦਾ ਅਰਥ ਹੁੰਦਾ ਹੈ ਭਰੋਸਾ, ਸਬੂਰੀ ਦਾ ਅਰਥ ਹੈ ਸਬਰ ਦੀ ਭਾਵਨਾ, ਸ਼ੁਕਰ ਦੀ ਭਾਵਨਾ, ਸ਼ੁਕਰਾਨੇ ਦੀ ਭਾਵਨਾ। ਸਾਧਕਾ ਲਫ਼ਜ਼ ਦਾ ਜੋ ਅਰਥ ਹੈ ਉਹ ਇਨਸਾਨ ਜਿਹਦੇ ਅੰਦਰ ਸਿਦਕ ਹੈ, ਜਿਹੜਾ ਭਰੋਸਾ ਰੱਖਦਾ ਹੈ, ਸਾਧਕ ਭਰੋਸੇ ਵਾਲਾ, ਜਿਹਨੂੰ ਯਕੀਨ ਹੈ ਪ੍ਰਭੂ ਦੀ ਬਖਸ਼ੰਦਗੀ ਦੇ ਉੱਤੇ, ਪ੍ਰਭੂ ਦੇ ਦਿਆਲੂ ਹੋਣ ਦੇ ਉੱਤੇ, ਪ੍ਰਭੂ ਦੇ ਸਰਬ ਕਲਾ ਸਮਰੱਥ ਹੋਣ ਦੇ ਉੱਤੇ ਜਿਹਨੂੰ ਭਰੋਸਾ ਹੈ। ਸਬਰ ਫਿਰ ਉਹੀ ਸ਼ੁਕਰ ਦੀ ਗੱਲ ਹੈ, ਸਬਰ ਸ਼ੁਕਰ ਦੀ ਗੱਲ। ਤੋਸ਼ਾ, ਤੋਸ਼ਾ ਦਾ ਮਤਲਬ ਹੁੰਦਾ ਹੈ ਖਜ਼ਾਨਾ। ਆਮ ਤੌਰ ਤੇ ਤੋਸ਼ਾਖਾਨਾ ਇਹ ਲਫ਼ਜ਼ ਖਜ਼ਾਨੇ ਦੇ ਟ੍ਰੇਰੀ ਵਾਸਤੇ ਵਰਤਿਆ ਜਾਂਦਾ ਹੈ, ਪਰ ਜਿਹੜੇ ਸਫ਼ਰ ਦੇ ਵਿੱਚ ਵੀ ਲੋਕੀ ਕੁਝ ਥੋੜਾ ਬਹੁਤਾ ਧਨ ਪਦਾਰਥ ਨਾਲ ਲੈ ਕੇ ਚੱਲਦੇ ਹਨ, ਰਾਹ ਦਾ ਜੋ ਖਰਚ ਹੈ ਉਹਨੂੰ ਵੀ ਤੋਸ਼ਾ ਕਿਹਾ ਜਾਂਦਾ ਹੈ, ਤੋਸ਼ਾ। ਤੋ ਭਾਵ ਕੀ ਹੈ? ਤੋਸ਼ਾ ਮਤਲਬ ਹੈ ਜ਼ਿੰਦਗੀ ਦੇ ਵਿੱਚ ਰਾਹ ਦਾ, ਜ਼ਿੰਦਗੀ ਦੇ ਮਾਰਗ ਦਾ ਖਰਚ। ਭਾਵ ਜ਼ਿੰਦਗੀ ਗੁਜ਼ਾਰਨ ਵਾਸਤੇ ਜੋ ਜ਼ਰੂਰੀ ਵਸਤੂਆਂ ਹਨ, ਜੋ ਜ਼ਿੰਦਗੀ ਦੀਆਂ ਜ਼ਰੂਰਤਾਂ ਹਨ, ਜੋ ਸਾਨੂੰ ਦਾਤਾਂ ਚਾਹੀਦੀਆਂ ਹਨ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਚਲਾਉਣ ਵਾਸਤੇ, ਜੀਵਨ ਦਾ ਨਿਰਵਾਹ ਕਰਨ ਵਾਸਤੇ, ਉਹ ਸਾਰੀਆਂ ਬਖਸ਼ਿਸ਼ਾਂ, ਉਹ ਦਾਤਾਂ। ਤੇ ਮਲਾਇਕਾ ਦਾ ਭਾਵ ਹੈ, ਮਲਾਇਕ ਦਾ ਜੋ ਅਖਰੀ ਅਰਥ ਹੁੰਦਾ ਹੈ ਉਹ ਹੁੰਦਾ ਹੈ ਨੇਕ ਸੁਭਾਅ ਵਾਲੇ ਬੰਦੇ ਜਾਂ ਦੇਵਤਿਆਂ ਵਰਗੇ ਸੁਭਾਅ ਵਾਲੇ, ਭਾਵ ਭਲੇ ਪੁਰਸ਼, ਗੁਰਮੁਖ, ਜਿਹਨੂੰ ਸਾਡੀ ਆਪਣੀ ਸਿੱਖੀ ਜਿਹੜੀ ਬੋਲਚਾਲ ਹੈ ਉਸ ਭਾਸ਼ਾ ਦੇ ਅੰਦਰ ਅਸੀਂ ਮਲਾਇਕਾ ਕਹਿ ਸਕਦੇ ਹਾਂ ਗੁਰਮੁਖਾਂ ਨੂੰ, ਜਿਹੜੇ ਭਲੇ ਪੁਰਸ਼ ਹਨ, ਜਿਹੜੇ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਚੰਗੇ ਸੁਭਾਅ ਵਾਲੇ ਇਨਸਾਨ ਹਨ। ਆਮ ਬੋਲਚਾਲ ਜਿਹਨੂੰ ਦੇਵਤਾ ਸੁਭਾਅ, ਦੇਵ ਸੁਭਾਅ ਵਾਲੇ ਵੀ ਕਹਿੰਦੇ ਹਨ, ਉਹ ਵੀ ਕਿਹਾ ਜਾਂਦਾ, ਮਲਾਇਕ ਭਲੇ ਪੁਰਸ਼, ਚੰਗੇ ਪੁਰਸ਼। ਸੋ ਗੁਰੂ ਸਾਹਿਬ ਇੱਥੇ ਫਰਮਾ ਰਹੇ ਹਨ ਕਿ ਜਿਨ੍ਹਾਂ ਦੇ ਕੋਲ
ਸਿਦਕ ਹੈ, ਭਰੋਸਾ ਹੈ, ਸਾਦਿਕ ਜਿਹੜੇ ਸਾਦਿਕ ਹਨ ਉਹਨਾਂ ਦੇ ਕੋਲ ਭਰੋਸੇ ਤੇ ਸ਼ੁਕਰ ਦੀ ਰਾਸ ਪੂੰਜੀ ਉਹਨਾਂ ਭਲੇ ਪੁਰਸ਼ਾਂ ਦੇ ਪਾਸ ਹੁੰਦੀ ਹੀ ਹੈ। ਸਬੂਰੀ ਦਾ ਭਾਵ ਵੀ ਹੈ ਸ਼ੁਕਰਾਨਾ, ਤੇ ਸਬਰ ਦਾ ਮਤਲਬ ਹੈ ਸਬਰ, ਸ਼ੁਕਰ ਦੇ ਵਿੱਚ ਰਹਿਣਾ, ਸੰਤੋਖ ਦੇ ਵਿੱਚ ਰਹਿਣਾ। ਸੋ ਜਿਹੜੇ ਭਲੇ ਪੁਰਸ਼ ਹਨ ਤੇ ਜਿਨ੍ਹਾਂ ਨੂੰ ਪ੍ਰਭੂ ਦੀ ਸਮਰੱਥਾ ਦੇ ਉੱਤੇ, ਪ੍ਰਭੂ ਦੇ ਨਿਆਂ ਦੇ ਉੱਤੇ ਪੂਰਨ ਭਰੋਸਾ ਹੈ, ਜਿਨ੍ਹਾਂ ਨੂੰ ਪ੍ਰਭੂ ਦੇ ਬਖਸ਼ੰਦ ਹੋਣ ਦਾ, ਦਿਆਲੂ ਹੋਣ ਦਾ ਪੂਰਾ ਵਿਸ਼ਵਾਸ ਹੈ, ਉਹਨਾਂ ਦੇ ਪਾਸ ਸ਼ੁਕਰਾਨੇ ਦੀ ਤੇ ਸਬਰ ਸੰਤੋਖ ਦੀ ਰਾਸ ਪੂੰਜੀ ਹੁੰਦੀ ਹੈ। ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਹੀ ਪ੍ਰਭੂ ਦੀਆਂ ਮਿਲੀਆਂ ਹੋਈਆਂ, ਪ੍ਰਭੂ ਵੱਲੋਂ ਮਿਲੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਨ ਤੇ ਜਿੰਨੀਆਂ ਦਾਤਾਂ ਬਖਸ਼ਿਸ਼ਾਂ ਮਿਲੀਆਂ ਹੁੰਦੀਆਂ ਹਨ ਉਹਦੇ ਵਿੱਚ ਹੀ ਸੰਤੋਖ ਕਰਦੇ ਹਨ, ਹੋਰ ਦੀਆਂ ਵਾਧੂ ਦੀਆਂ ਮੰਗਾਂ ਨਹੀਂ ਕਰਦੇ। ਸੋ ਸਿਦਕ ਤੇ ਸਬਰ ਇਹ ਦੋ ਐਸੀਆਂ ਨਿਆਮਤਾਂ ਹਨ, ਮਹਾਨ ਬਖਸ਼ਿਸ਼ਾਂ ਹਨ, ਜਿਸ ਦੇ ਜੀਵਨ ਵਿੱਚ ਆ ਜਾਣ ਉਹਦੇ ਜੀਵਨ ਦੇ ਵਿੱਚ ਕੋਈ ਦੁੱਖ ਕਲੇਸ਼ ਬਚਦਾ ਹੀ ਨਹੀਂ ਹੈ। ਸਾਰੇ ਦੁੱਖਾਂ ਕਲੇਸ਼ਾਂ ਦੀ ਵਜ੍ਹਾ ਕੀ ਹੁੰਦੀ ਹੈ ਕਿ ਇਨਸਾਨ ਦੇ ਮਨ ਦੇ ਅੰਦਰ ਕੁਝ ਚਾਹਤਾਂ ਹੁੰਦੀਆਂ ਹਨ, ਕੁਝ ਮੰਗਾਂ ਹੁੰਦੀਆਂ ਹਨ। ਜਦੋਂ ਮੰਗਾਂ ਤੇ ਚਾਹਤਾਂ ਪੂਰੀਆਂ ਨਹੀਂ ਹੁੰਦੀਆਂ ਤੇ ਉਹਨੂੰ ਤਕਲੀਫ ਹੁੰਦੀ ਹੈ ਕਿ ਇਹ ਚਾਹੀਦਾ ਸੀ, ਇਹ ਮਿਲਿਆ ਨਹੀਂ, ਮੇਰੀ ਇਹ ਮੰਗ ਸੀ, ਇਹ ਪੂਰੀ ਨਹੀਂ ਹੋਈ। ਪਰ ਜਿਨ੍ਹਾਂ ਦੇ ਅੰਦਰ ਸਿਦਕ ਔਰ ਸਬਰ ਹੁੰਦਾ ਹੈ, ਸਿਦਕ ਉਸ ਪ੍ਰਭੂ ਤੇ ਭਰੋਸਾ ਕਿ ਉਹ ਮੇਰਾ ਮਾਂ ਪਿਓ ਹੈ, ਮੇਰਾ ਪਾਲਣਹਾਰ ਹੈ, ਮੇਰਾ ਸਿਰਜਣਹਾਰ ਹੈ, ਉਹਨੂੰ ਮੇਰੇ ਤੋਂ ਜ਼ਿਆਦਾ ਸੋਝੀ ਹੈ, ਮੇਰੇ ਤੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੇਰੀਆਂ ਲੋੜਾਂ ਕੀ ਹਨ ਤੇ ਮੇਰੀ ਚੰਗੀ ਪਾਲਣਾ ਕਿਵੇਂ ਹੋਣੀ ਹੈ, ਉਹ ਮੇਰੇ ਤੋਂ ਬਿਹਤਰ ਜਾਣਦਾ ਹੈ। ਇਹ ਭਰੋਸਾ ਜਿਨ੍ਹਾਂ ਨੂੰ ਹੁੰਦਾ ਹੈ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਕੋਈ ਫਿਕਰ ਹੀ ਨਹੀਂ ਹੈ। ਜਦ ਬੰਦੇ ਨੂੰ ਜ਼ਿੰਦਗੀ 'ਚ ਭਰੋਸਾ ਹੋਵੇ ਕਿ ਮੇਰੇ ਤੋਂ ਜ਼ਿਆਦਾ ਸਮਰੱਥਾ ਵਾਲਾ, ਮੇਰੇ ਤੋਂ ਜ਼ਿਆਦਾ ਸੋਝੀ ਵਾਲਾ ਬੰਦਾ ਮੇਰੇ ਨਾਲ ਹੈ, ਤਾਂ ਫਿਰ ਕਹਿੰਦਾ ਮੈਨੂੰ ਕਾਹਦੀ ਫਿਕਰ ਹੈ, ਉਹ ਸਿਆਣਾ ਹੈ ਨਾ ਮੇਰੇ ਨਾਲ। ਜਿਹੜਾ ਬੱਚੇ ਦਾ ਬਾਪੂ ਦਾ ਹੱਥ ਫੜਿਆ ਹੋਵੇ, ਉਹ ਭਰੇ ਹੋਏ ਮੇਲੇ ਦੇ ਵਿੱਚ ਵੀ ਬੜੇ ਬੇਫਿਕਰ ਹੋ ਕੇ ਤੁਰਦਾ ਹੈ, ਉਹਨੂੰ ਪਤਾ ਮੇਰਾ ਪਿਓ ਨੇ ਮੇਰਾ ਹੱਥ ਘੁੱਟ ਕੇ ਪਕੜਿਆ ਹੋਇਆ। ਪਰ ਜਿਸ ਬੱਚੇ ਦਾ ਹੱਥ ਛੁੱਟ ਜਾਵੇ ਪਿਓ ਕੋਲੋਂ, ਉਹ ਮੇਲੇ 'ਚ ਗਵਾਚ ਜਾਂਦਾ। ਪਰ ਜਿਹਨੇ ਸਿਦਕ ਦੇ ਨਾਲ ਆਪਣਾ ਭਰੋਸਾ ਪ੍ਰਭੂ ਦੇ ਉੱਤੇ ਰੱਖਿਆ ਹੋਇਆ ਹੈ, ਜਿਹਨੇ ਉਸ ਪ੍ਰਭੂ ਦੇ ਹੱਥ ਨੂੰ ਘੁੱਟ ਕੇ ਪਕੜਿਆ ਹੋਇਆ ਹੈ, ਉਹ ਸਿਦਕ ਨਹੀਂ ਛੱਡਦਾ। ਫਿਰ ਸਬਰ, ਜੋ ਕੁਝ ਉਸ ਪ੍ਰਭੂ ਵੱਲੋਂ ਸਾਨੂੰ ਮਿਲ ਜਾਂਦਾ ਹੈ ਉਸੇ ਦੇ ਵਿੱਚ ਹੀ ਸੰਤੋਖ ਕਰਨਾ, ਉਹਦਾ ਸ਼ੁਕਰਾਨਾ ਕਰਨਾ, ਤਾਂ ਕਿਸ ਗੱਲ ਦਾ ਟੈਨਸ਼ਨ, ਫਿਰ ਤੇ ਕੋਈ ਦੁੱਖ ਤਕਲੀਫ ਹੈ ਹੀ ਨਹੀਂ ਹੈ। ਤੋ ਇਸ ਕਰਕੇ ਉਹਨਾਂ ਦੇ ਕੋਲ ਜ਼ਿੰਦਗੀ ਚਲਾਉਣ ਦਾ ਮਨੋਤੋਸ਼ਾ ਹੈ, ਉਹਨਾਂ ਦੀ ਜ਼ਿੰਦਗੀ ਭਰਪੂਰ ਹੈ, ਕਿਸੇ ਚੀਜ਼ ਦੀ ਉਹਨਾਂ ਨੂੰ ਥੋੜ ਮਹਿਸੂਸ ਹੀ ਨਹੀਂ ਹੁੰਦੀ। ਤੋ ਐਸੇ ਭਲੇ ਪੁਰਸ਼ਾਂ ਨੂੰ ਜਿਨ੍ਹਾਂ ਦੇ ਕੋਲ ਸਿਦਕ ਅਤੇ ਸਬਰ ਹੈ, ਉਹ ਉਹਨਾਂ ਦੀ ਰਾਸ ਪੂੰਜੀ ਬਣ ਜਾਂਦੀ ਹੈ ਜ਼ਿੰਦਗੀ ਦੀ, ਤੇ ਉਹਨਾਂ ਦਾ ਜੀਵਨ ਆਨੰਦਮਈ ਹੁੰਦਾ ਹੀ ਹੈ। ਸੋ ਇਹ ਕਿਹਦੇ ਕੋਲ ਹੈ, ਕਿਹਨਾਂ ਦਾ ਜੀਵਨ ਐਸਾ ਆਨੰਦਮਈ ਹੁੰਦਾ ਹੈ? ਜਿਹੜੇ ਸਾਧਕ ਹਨ, ਜਿਹੜੇ ਭਰੋਸੇ ਵਾਲੇ ਹਨ, ਜਿਹੜੇ ਪ੍ਰਭੂ ਦੇ ਸ਼ੁਕਰਾਨੇ ਵਿੱਚ ਰਹਿੰਦੇ ਹਨ, ਉਹ ਐਸੇ ਜੀਵਨ ਆਨੰਦਮਈ ਬਤੀਤ ਕਰਦੇ ਹਨ। ਫਿਰ ਅਗਲੀ ਪੰਕਤੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਦੀਦਾਰ ਪੂਰੇ ਪਾਇਸਾ, ਉਹ ਪੂਰੇ ਪ੍ਰਭੂ ਦਾ ਮਾਨੋ ਦੀਦਾਰ ਕਰ ਲੈਂਦੇ ਹਨ, ਉਹਨੂੰ ਹਮੇਸ਼ਾ ਆਪਣੇ ਅੰਗ ਸੰਗ ਜਾਣਦੇ ਹਨ। ਕਿਉਂ? ਭਰੋਸਾ ਹੈ ਉਹਨਾਂ ਨੂੰ ਕਿ ਉਹ ਗੁਰੂ ਮੇਰੇ ਸੰਗ ਸਦਾ ਹੈ ਨਾਲੇ। ਉਹਨਾਂ ਨੂੰ ਕਦੀ ਡਰ ਫਿਕਰ ਹੁੰਦਾ ਹੀ ਨਹੀਂ ਹੈ ਕਿ ਬਈ ਮੈਂ ਕਿਤੇ ਮੇਲੇ 'ਚ ਗਵਾਚ ਜਾਵਾਂਗਾ, ਕੋਈ ਆ ਕੇ ਮੈਨੂੰ ਕੋਈ ਨੁਕਸਾਨ ਪਹੁੰਚਾ ਦੇਗਾ। ਪੂਰਨ ਭਰੋਸਾ ਹੈ, ਪੂਰਾ ਸੰਤੋਖ ਹੈ ਕਿ ਜੋ ਕੁਝ ਉਹ ਮੈਂ ਪ੍ਰਮਾਤਮਾ ਮੈਨੂੰ ਦੇ ਰਿਹਾ ਹੈ ਉਹ ਮੇਰੇ ਵਾਸਤੇ ਸਫੀਸ਼ੀਐਂਟ ਹੈ ਤੇ ਉਹ ਹਮੇਸ਼ਾ ਹੀ ਮੇਰੇ ਵਾਸਤੇ ਚੰਗਾ ਹੀ ਸੋਚਦਾ ਹੈ। ਇਹ ਸਿਦਕ ਜਿਨ੍ਹਾਂ ਦੇ ਅੰਦਰ ਹੈ, ਦ੍ਰਿੜਤਾ ਹੈ, ਸੋ ਉਹ ਮਾਨੋ ਹਰ ਵੇਲੇ ਉਸ ਪ੍ਰਭੂ ਨੂੰ ਆਪਣੇ ਅੰਗ ਸੰਗ ਹੀ ਜਾਣਦੇ ਹਨ, ਮਾਨੋ ਉਹਦੇ ਪ੍ਰਤੱਖ ਦੀਦਾਰ ਕਰ ਰਹੇ ਹਨ। ਦੀਦਾਰ ਪੂਰੇ ਪਾਇਸਾ, ਉਹ ਉਸ ਪੂਰੇ ਪ੍ਰਭੂ ਦਾ ਦੀਦਾਰ ਪਾ ਲੈਂਦੇ ਹਨ, ਉਹਦੇ ਦਰਸ਼ਨ ਕਰ ਲੈਂਦੇ ਹਨ, ਉਹਨੂੰ ਘਟ ਘਟ ਵਿੱਚ ਸਰਵ ਵਿਆਪਕ ਨੂੰ ਉਹ ਸਭ ਥਾਈਂ ਕੁਦਰਤ ਦੇ ਵਿੱਚ ਵਸਿਆ ਹੋਇਆ ਹੀ ਮਹਿਸੂਸ ਕਰਦੇ ਹਨ। ਪਰ ਇਹਦੇ ਉਲਟ ਥਾਂ ਨਹੀਂ ਖਾਇਕਾ, ਖਾਇਕਾ ਕਹਿੰਦੇ ਹਨ ਉਸ ਬੰਦੇ ਨੂੰ ਜਿਹੜਾ ਫੋਕੀਆਂ ਗੱਲਾਂ ਹੀ ਮਾਰਦਾ ਹੈ, ਜਿਹਦੇ ਜੀਵਨ ਦੇ ਵਿੱਚ ਤੱਤ ਨਹੀਂ ਹੁੰਦਾ, ਅਸਲੀਅਤ ਨਹੀਂ ਹੁੰਦੀ, ਜਿਹੜਾ ਗਿਆਨ ਤਾਂ ਰੱਖਦਾ ਹੈ ਪਰ ਗੱਲਾਂ ਹੀ ਮਾਰਦਾ ਹੈ, ਪਰ ਅਪਲਾਈ ਨਹੀਂ ਕਰਦਾ, ਉਹਨੂੰ ਕਹਿੰਦੇ ਹਨ ਖਾਇਕ। ਜਿਵੇਂ ਜਪਜੀ ਸਾਹਿਬ ਦੇ ਵਿੱਚ ਆਉਂਦਾ, ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ, ਕਿ ਜਿਹੜਾ ਬੰਦਾ ਨਿਰੀਆਂ ਗੱਲਾਂ ਹੀ
ਕਰਦਾ ਹੈ ਔਰ ਫੋਕੇ ਦਾਅਵੇ ਕਰਦਾ ਹੈ ਕਿ ਮੈਨੂੰ ਇਹ ਪਤਾ ਹੈ, ਮੈਨੂੰ ਉਹ ਪਤਾ ਹੈ, ਤੇ ਗੁਰੂ ਸਾਹਿਬ ਕਹਿੰਦੇ ਹਨ ਕਿ ਐਸੇ ਫੋਕੇ ਦਾਅਵੇ ਕਰਨ ਵਾਲਾ, ਫੋਕੀਆਂ ਗੱਲਾਂ ਕਰਨ ਵਾਲੇ ਨੂੰ ਫਿਰ ਮੂੰਹ ਦੀਆਂ ਖਾਣੀਆਂ ਪੈਂਦੀਆਂ ਹਨ। ਪਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਨੂੰ ਬੇਇੱਜ਼ਤੀ ਸਹਾਰਨੀ ਪੈਂਦੀ ਹੈ ਉਹਦਾ। ਤੋ ਇੱਥੇ ਵੀ ਗੁਰੂ ਸਾਹਿਬ ਕਹਿੰਦੇ ਥਾਉ ਨਹੀਂ ਖਾਏਗਾ, ਜਿਹੜੇ ਫੋਕੀਆਂ ਗੱਲਾਂ ਦਮਗਜੇ ਮਾਰਨ ਵਾਲੇ ਹਨ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਥਾਂ ਨਹੀਂ ਮਿਲਦੀ। ਉਹਨਾਂ ਦਾ ਜੀਵਨ ਵਿਅਰਥ ਹੀ ਬਤੀਤ ਹੋਇਆ ਮੰਨਿਆ ਜਾਂਦਾ ਹੈ, ਗਿਣਿਆ ਜਾਂਦਾ ਹੈ ਕਿ ਉਹਨਾਂ ਸਿਰਫ ਗੱਲਾਂ ਹੀ ਕੀਤੀਆਂ ਹਨ। ਸਿਦਕ ਔਰ ਸਬਰ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਕਦੀ ਵੀ ਨਹੀਂ ਰਿਹਾ। ਤੋ ਪ੍ਰਭੂ ਦੀ ਦਰਗਾਹ ਦੇ ਵਿੱਚ ਜਾਂ ਪ੍ਰਭੂ ਦੇ ਦੀਦਾਰ ਕਰਨ ਦੇ ਵਿੱਚ ਨਾਕਾਮ ਰਹਿੰਦੇ ਹਨ। ਸੋ ਇਸ ਸ਼ਲੋਕ ਦੇ ਅੰਦਰ ਸ਼ੁਕਰਾਨਾ ਅਤੇ ਸੰਤੋਖ, ਇਹ ਦੋ ਐਸੇ ਗੁਣ ਹਨ ਜਿਨ੍ਹਾਂ ਨੂੰ ਜ਼ਰੂਰੀ ਤੌਰ ਦੇ ਉੱਤੇ ਬਿਆਨ ਕੀਤਾ ਗਿਆ ਹੈ ਕਿ ਤੇ ਉਹ ਜ਼ਿੰਦਗੀ ਦੇ ਐਸੇ ਅੰਗ ਹਨ ਜਿਹਨੂੰ ਇਹ ਮਿਲ ਜਾਣ ਉਹਦੀ ਜ਼ਿੰਦਗੀ ਦੁੱਖਾਂ ਕਲੇਸ਼ਾਂ ਤੋਂ ਜਿਹੜੀ ਹੈ ਆਜ਼ਾਦ ਹੋ ਜਾਂਦੀ ਹੈ ਔਰ ਆਨੰਦ ਭਰਪੂਰ ਹੋ ਜਾਂਦੀ ਹੈ, ਜਿਹਦੇ 'ਚ ਕੋਈ ਤੋੜ ਕੋਈ ਥੋੜ ਰਹਿ ਹੀ ਨਹੀਂ ਜਾਂਦੀ। ਸੋ ਸਿਦਕ, ਸਬੂਰੀ, ਸਾਧਕਾ ਉਹ ਹਨ ਜਿਹੜੇ ਸਿਦਕ ਰੱਖਦੇ ਹਨ, ਜਿਨ੍ਹਾਂ ਨੂੰ ਪੂਰਨ ਭਰੋਸਾ ਹੈ ਪ੍ਰਭੂ ਦੇ ਉੱਤੇ। ਉਹਨਾਂ ਦੇ ਮਨ 'ਚ ਕਦੀ ਵੀ ਇਹ ਫਿਕਰ ਨਹੀਂ ਆਉਂਦਾ ਕਿ ਥੋੜੇ ਜਿਹੇ ਔਖੇ ਹਾਲਾਤ ਆ ਰਹੇ ਹਨ, ਇਹ ਹੋ ਰਿਹਾ, ਹੁਣ ਕੀ ਬਣੇਗਾ, ਮੈਂ ਬਚ ਵੀ ਜਾਵਾਂਗਾ ਕਿ ਨਹੀਂ ਬਚਾਂਗਾ, ਕਿਤੇ ਮੈਨੂੰ ਮਾਰ ਤਾਂ ਨਹੀਂ ਪੈ ਜਾਏਗੀ, ਕਿਤੇ ਜੋ ਮੇਰੇ ਕੋਲ ਹੈ ਉਹ ਖੁੱਸ ਤਾਂ ਨਹੀਂ ਜਾਏਗਾ। तो ਜਿਹੜਾ ਇਹ ਫੀਅਰ ਫੈਕਟਰ ਹੈ ਉਹ ਸਾਧਕ ਦੇ ਅੰਦਰ ਕਦੀ ਨਹੀਂ ਆਉਂਦਾ, ਕਿਉਂਕਿ ਉਹਨੂੰ ਪਤਾ ਹੈ ਕਿ ਜੋ ਮੇਰੇ ਕੋਲ ਹੈ ਉਹ ਪ੍ਰਭੂ ਦੀ ਹੀ ਦਾਤ ਹੈ, ਤੇ ਜੇ ਮੇਰੇ ਕੋਲੋਂ ਵਾਪਸ ਚਲੀ ਗਈ ਤੇ ਉਹ ਪ੍ਰਭੂ ਦੀ ਆਪਣੀ ਚੀਜ਼ ਸੀ, ਉਹਨੇ ਲੈ ਲਈ, ਉਹਦੇ 'ਚ ਮੇਰਾ ਕੀ ਜ਼ੋਰ ਹੈ ਤੇ ਮੇਰਾ ਕੀ ਗਿਲਾ ਹੈ, ਮੈਂ ਕਿਸ ਗੱਲ ਦਾ ਗਿਲਾ ਕਰਾਂ। ਸੋ ਇਹ ਸਾਧਕ ਦੀ ਸਭ ਤੋਂ ਵੱਡੀ ਖੂਬੀ ਹੁੰਦੀ ਹੈ ਕਿ ਉਹ ਕਦੀ ਸ਼ਿਕਵਾ ਨਹੀਂ ਕਰਦਾ, ਕਦੀ ਉਲਾਮਾ ਨਹੀਂ ਦਿੰਦਾ। ਜਿਵੇਂ ਬਾਣੀ 'ਚ ਪੰਕਤੀ ਆਉਂਦੀ ਹੈ ਨਾ, ਉਲਾਹਨੋਂ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ। ਹੈ ਪ੍ਰਭੂ ਜੀ, ਜੋ ਤੁਸੀਂ ਕਰਦੇ ਹੋ ਮੈਨੂੰ ਮਿੱਠਾ ਲੱਗਦਾ ਹੈ, ਮੈਂ ਕਦੀ ਤੁਹਾਨੂੰ ਉਲਾਮਾ ਨਹੀਂ ਦਿੰਦਾ, ਕਦੀ ਉਲਾਮਾ ਦੇਣ ਬਾਰੇ ਸੋਚਦਾ ਵੀ ਨਹੀਂ, ਕਿਉਂਕਿ ਮੈਨੂੰ ਪਤਾ ਹੈ ਕਿ ਜੋ ਕੁਝ ਮੈਨੂੰ ਪ੍ਰਾਪਤ ਹੋਇਆ ਸੀ ਉਹ ਸਭ ਤੁਹਾਡੀ ਬਖਸ਼ਿਸ਼ ਹੀ ਸੀ, ਤੇ ਜੇ ਕੋਈ ਤੁਸੀਂ ਚੀਜ਼ ਵਾਪਸ ਲੈ ਲਈ ਹੈ ਤੇ ਉਹ ਤੁਹਾਡੀ ਆਪਣੀ ਚੀਜ਼ ਸੀ, ਉਹਦੇ 'ਚ ਮੇਰਾ ਕੋਈ ਜ਼ੋਰ ਨਹੀਂ ਹੈ। तो पहले श्लोक में भी यही गल सी, दाती साहिब संदियां क्या चले तिस नाल। वो दातां सारियां साहिब दियां सन, जे उन्हें कोई दात वापस ले ली है साडा कोई जोर नहीं है, जे उन्हें कोई दात किसी दूजे नूं दित्ती है सानू नहीं दित्ती तां भी साडा कोई जोर नहीं है। तो ये साधक की खूबी हुंदी है कि वो इस सिद्धांत नूं समझ के कदी भी शिकवा नहीं करता, गिला नहीं करता और शुकराने दे विच रहिंदा है। जो कुछ मिलिया हुंदा उहदे विच ही सबर करता है, संतोख करता है, तो ਉਹਦੀ ਜ਼ਿੰਦਗੀ ਹਮੇਸ਼ਾ ਭਰਪੂਰ ਹੁੰਦੀ ਹੈ, ਉਹਦੀ ਜ਼ਿੰਦਗੀ 'ਚ ਕਦੇ ਤੋੜ ਥੋੜ ਨਹੀਂ ਆਉਂਦੀ, ਉਹਦਾ ਜੀਵਨ ਹਮੇਸ਼ਾ ਖੁਸ਼ੀਆਂ ਭਰਪੂਰ ਰਹਿੰਦਾ ਹੈ। ਔਰ ਮਾਨੋ ਉਹ ਪ੍ਰਭੂ ਦੀ ਹਜ਼ੂਰੀ ਨੂੰ ਮੰਨਦਾ ਹੈ, ਦੀਦਾਰ ਪੂਰੇ ਪਾਇਸਾ। ਤੇ ਇਹਦੇ ਉਲਟ ਜਿਹੜੇ ਨਿਰੀਆਂ ਗੱਲਾਂ ਕਰਨ ਵਾਲੇ ਹਨ, ਥਾਂ ਨਹੀਂ ਖਾਏਗਾ, ਜਿਹੜੇ ਸਿਰਫ ਗੱਲਾਂ ਹੀ ਕਰਦੇ ਹਨ, ਅਕਲ ਦੇ ਘੋੜੇ ਦੌੜਾਉਂਦੇ ਹਨ, ਇਹ ਕਰਨਾ ਚਾਹੀਦਾ ਹੈ, ਇਹ ਲੌਜੀਕਲ ਨਹੀਂ ਹੈ, ਇਹ ਇਲੌਜੀਕਲ ਹੈ, ਉਹਨਾਂ ਨੂੰ ਪ੍ਰਭੂ ਦੀ ਦਰਗਾਹ 'ਚ ਥਾਂ ਨਹੀਂ ਮਿਲਦੀ, क्योंकि इस उत्थे मुल पैंदा है साधक सिद्धक दा। आनंदपुर साहब की लड़ाई दे विच आपां बचित्तर सिंह जी की जदों भी कहानी सुनते हाँ तो उस तो पहलों जिक्र आंदा है दुनी चंद दा, जिहड़ा बड़ा हट्टा कट्टा सीगा, चंगे भारे चुड़ोल शरीर वाला सीगा। ते जदों किले दे उत्ते हाथी दे अटैक होने की खबर मिली तो गुरु साहब ने कहा कि ਉਹਦਾ हाथी का मुकाबला साडा हाथी करेगा। ਜਿਹੜਾ ਦੁਨੀਚੰਦ ਦਾ ਸਰੀਰ ਕਾਫੀ ਭਾਰੀ ਭਰਕਮ ਸੀਗਾ, ਪਰ ਉਹਨੇ ਆਪਣਾ ਅਕਲ ਦੇ ਘੋੜੇ ਦੌੜਾਏ, ਹਾਥੀ ਨਾਲ ਮੈਂ ਲੜਾਂਗਾ, ਇਹ ਤਾਂ ਮੁਮਕਿਨ ਹੀ ਨਹੀਂ ਹੈ, ਮਰ ਜਾਵਾਂਗਾ ਮੈਂ ਤਾਂ। ਉਹ ਦੀਵਾਰ ਟੱਪ ਕੇ ਤੇ ਛਾਲ ਮਾਰਤੀ ਉਹਨੇ, ਉਹ ਵੱਖਰੀ ਗੱਲ ਕਿ ਉਹਦੀ ਆਪਣੀ ਟੰਗ ਟੁੱਟ ਗਈ ਤੇ ਉਹ ਮੁਗਲਾਂ ਦੇ ਕਾਬੂ ਆ ਗਿਆ। ਪਰ इकहरे शरीर वाला जिहड़ा कि जिन्हों कहते हैं कि बहुत ज्यादा कोई भारी भरकम शरीर नहीं सीगा, पर चंगा सिदक वाला बचित्तर सिंह सी, जिन्हों गुरु पातशाह ने थापड़ा दे के क्या कि तू हाथी का मुकाबला कर, और गुरु की बख्शिश नाल उसने वो काम बड़ी सफलता दे नाल कीता, सिदक दे नाल, भरोसे दे नाल। तो जरूरी नहीं है कि अकल दे घोड़े दौड़ाने वाला, सियाणपा चतुराइयां वरतन वाला कामयाब होवे। प्रभु की दरगाह में तो कितने भी उन्होंने कामयाबी नहीं मिलती,
ਦੀਦਾਰ ਪੂਰੇ ਪਾਇਸਾ ਥਾਂ ਨਹੀਂ ਖਾਇਕਾਂ। ਖਾਇਕਾਂ ਨੂੰ ਕੋਈ ਥਾਂ ਨਹੀਂ ਮਿਲਦੀ। ਜਿਹੜੇ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦੇ ਹਨ, ਜ਼ਿਆਦਾ ਚਤਰ ਸਮਝਦੇ ਹਨ, ਗਿਆਨਵਾਨ ਸਮਝਦੇ ਹਨ, ਗੱਲਾਂ ਦੇ ਘੋੜੇ ਦੌੜਾਉਂਦੇ ਹਨ, ਉਹਨਾਂ ਨੂੰ ਕੋਈ ਦਰਗਾਹ 'ਚ ਥਾਂ ਨਹੀਂ ਮਿਲਦੀ। ਉਹਨਾਂ ਦੇ ਅਗੇਂਸਟ ਜਿਹੜੇ ਸ਼ੁਕਰਾਨੇ ਵਿੱਚ ਰਹਿੰਦੇ ਹਨ ਤੇ ਜਿੰਨਾ ਕੁ ਮਿਲਿਆ ਉਹਦੇ ਵਿੱਚ ਹੀ ਸਬਰ ਕਰਕੇ ਜੀਵਨ ਬਤੀਤ ਕਰਦੇ ਹਨ, ਉਹ ਪ੍ਰਭੂ ਦੇ ਦੀਦਾਰ ਦੇ ਪਾਤਰ ਬਣਦੇ ਹਨ, ਬਖਸ਼ਿਸ਼ ਦੇ ਪਾਤਰ ਬਣਦੇ ਹਨ। ਤੋ ਇਹਨਾਂ ਦੋਨਾਂ ਸ਼ਲੋਕਾਂ ਦੇ ਅੰਦਰ ਇਹੀ ਭਾਵਨਾ ਜਿਹੜੀ ਹੈ ਉਹ ਗੁਰੂ ਸਾਹਿਬ ਨੇ ਸਮਝਾਈ ਹੈ। ਹੁਣ ਆਓ ਪੌੜੀ ਦੇ ਵਿੱਚ ਜੋ ਉਪਦੇਸ਼ ਹੈ ਉਸ ਨੂੰ ਪੜ੍ਹ ਲੈਂਦੇ ਹਾਂ। ਪਹਿਲਾਂ ਪੌੜੀ ਦਾ ਪਾਠ ਕਰ ਲੈਂਦੇ। ਹਾਂਜੀ। ਸਭ ਆਪੇ ਤੁਧ ਉਪਾਏ ਕੈ, ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਹਰ ਤੁਧੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈਂ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਹਰ ਤਿਸੈ ਧਿਆਵੋ ਸੰਤ ਜਨੋ, ਜੋ ਲਏ ਛਡਾਈ। ਹੁਣ ਪੌੜੀ ਦੇ ਵਿੱਚ ਉਸ ਬਖਸ਼ੰਦ, ਉਸ ਦਇਆਲੂ, ਉਸ ਮਿਹਰਬਾਨ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਹੋਇਆ ਗੁਰੂ ਸਾਹਿਬ ਸਾਨੂੰ ਵੀ ਜਾਚ ਸਿਖਾ ਰਹੇ ਹਨ ਕਿ ਕਿਵੇਂ ਉਹਦੀ ਬਖਸ਼ਿਸ਼ਾਂ ਦੀ, ਦਾਤਾਂ ਦੀ ਜੋ ਮਿਹਰ ਸਾਡੇ ਉੱਤੇ ਹੁੰਦੀ ਹੈ, ਉਹਦਾ ਸ਼ੁਕਰਾਨੇ ਦੀ ਭਾਵਨਾ, ਉਹਦੀ ਸਿਫਤ ਕਰਨੀ ਸਾਡੇ ਵੱਲ ਸਾਡਾ ਫਰਜ਼ ਬਣਦਾ ਹੈ। ਉਹ ਸਾਨੂੰ ਜਾਚ ਸਿਖਾ ਰਹੇ ਹਨ। ਪ੍ਰਭੂ ਨੂੰ ਸੰਬੋਧਨ ਕਰਕੇ ਕਹਿੰਦੇ ਹਨ, ਸਭ ਆਪੇ ਤੁਧ ਉਪਾਇਕ ਹੈ, ਆਪ ਕਾਰੈ ਲਾਈ। हे प्रभु जी, ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਰਚ ਕੇ, ਉਪਾਇਕ ਹੈ ਮੈਨੇ ਪੈਦਾ ਕਰਕੇ, ਬਣਾ ਕੇ, ਕ੍ਰੀਏਟ ਕਰਕੇ, ਆਪ ਕਾਰੈ ਲਾਈ। ਕਾਰੈ ਲਾਈ ਤੋਂ ਭਾਵ ਹੈ ਆਪੋ ਆਪਣੀ ਡਿਊਟੀ ਤੇ, ਆਪੋ ਆਪਣੇ ਕੰਮਾਂ ਦੇ ਉੱਤੇ ਸਭ ਨੂੰ ਤੁਸੀਂ ਲਾ ਦਿੱਤਾ ਹੈ। ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹਦੇ ਹਰ ਇੱਕ ਅੰਗ ਦੇ ਵਿੱਚ ਹਰ ਪ੍ਰਕਾਰ ਦੇ ਜੀਵ, ਹਰ ਪ੍ਰਕਾਰ ਦੀ ਵਸਤੂ ਦੀ ਆਪੋ ਆਪਣੀ ਡਿਊਟੀ, ਪੌਣ, ਪਾਣੀ, ਅਗਨੀ, ਪਹਾੜ, ਸਮੁੰਦਰ, ਸਭ ਚੀਜ਼ਾਂ ਦੀ ਆਪੋ ਆਪਣੀ ਡਿਊਟੀ ਹੈ। ਪੇੜ ਪੌਦਿਆਂ ਦੀ ਆਪਣੀ ਡਿਊਟੀ ਹੈ, ਇਨਸਾਨਾਂ ਦੀ, ਪਸ਼ੂਆਂ ਪੰਛੀਆਂ ਦੀ, ਸਭ ਦੀ ਆਪੋ ਆਪਣੇ ਕੰਮ ਤੇ ਪ੍ਰਭੂ ਨੂੰ ਉਹਦੇ ਮੁਤਾਬਕ ਸਮਰੱਥਾ ਬਖਸ਼ਿਸ਼ ਕੀਤੀ ਹੈ। ਉਸੇ ਮੁਤਾਬਕ ਉਹਨਾਂ ਦੇ ਸੁਭਾਅ ਬਣਾਏ ਹਨ, ਉਸੇ ਮੁਤਾਬਕ ਉਹਨਾਂ ਦੇ ਸੋਚਣ ਦਾ, ਕਰਨ ਦਾ ਢੰਗ ਪ੍ਰਭੂ ਨੇ ਆਪ ਬਖਸ਼ਿਸ਼ ਕੀਤਾ ਹੈ। ਸੋਚਣ ਦੀ ਗੱਲ ਹੈ, ਇਤਨੇ ਭਾਂਤ-ਭਾਂਤ ਦੇ ਜੀਵ ਜੰਤੂ ਹਨ, ਭਾਂਤ-ਭਾਂਤ ਦੇ ਬਨਸਪਤੀ, ਹੋਰ ਕਈ ਕੁਝ ਸ੍ਰਿਸ਼ਟੀ ਦੇ ਇਤਨੇ ਅੰਗ ਹਨ। ਸਭ ਚੀਜ਼ਾਂ ਦੀਆਂ ਕਰੈਕਟਰਿਸਟਿਕਸ ਆਪਣੀਆਂ ਇੰਡੀਵਿਜੂਅਲ ਵੈਲ ਡਿਫਾਈਨਡ ਹਨ। ਇਹ ਕਿਵੇਂ ਆਪਣੇ ਆਪ ਬਣੀਆਂ, ਕਿੰਨੇ ਡਿਸਾਈਡ ਕੀਤੀਆਂ? ਫਿਰ ਜੋ ਸਾਡੀ ਬਾਡੀ ਦਾ ਸਟਰਕਚਰ ਹੈ, ਬਾਡੀ ਦੇ ਇੰਨੇ ਹਿੱਸੇ ਹਨ, ਉਹਨਾਂ ਦੇ ਆਪੋ ਆਪਣੇ ਜਿਹੜੇ ਰੋਲ ਹਨ। ਦਿਮਾਗ ਦਾ ਆਪਣਾ ਰੋਲ ਹੈ, ਪੇਟ ਦਾ ਆਪਣਾ ਰੋਲ ਹੈ, ਹੋਰ ਬਾਕੀ ਅੰਗ, ਅੱਖਾਂ, ਕੰਨ ਵਗੈਰਾ ਜਿੰਨੇ ਵੀ ਹਨ, ਸਭ ਦੇ ਵੈਲ ਡਿਫਾਈਨਡ ਆਪੋ ਆਪਣੇ ਰੋਲ ਹਨ। ਔਰ ਸਭ ਚੀਜ਼ਾਂ ਇੱਕ ਬਿਲਕੁਲ ਇੰਟੀਗ੍ਰੇਟਿਡ ਇੱਕ ਸਿਸਟਮ ਦੇ ਨਾਲ ਸਾਰੀਆਂ ਚੀਜ਼ਾਂ ਕੋਐਗਜ਼ਿਸਟ ਕਰ ਰਹੀਆਂ। ਇਹ ਸਾਰਾ ਡਿਜ਼ਾਈਨ ਕਿਹੜੇ ਇੰਜੀਨੀਅਰ ਨੂੰ ਸੱਦ ਕੇ ਕਿਸੇ ਨੇ ਉੱਥੇ ਕਿਸੇ ਨੂੰ ਬੁਲਾ ਕੇ ਕੀਤਾ, ਕੋਈ ਕੋਰਸ ਕੀਤਾ ਸੀ? ਸਭ ਰੱਬ ਦੀ, ਪਰਮਾਤਮਾ ਦੀ ਆਪਣੀ ਹੀ ਕਾਰ ਹੈ, ਆਪਣਾ ਉਹਦਾ ਸਭ ਕੁਝ ਬਣਾਇਆ ਹੋਇਆ, ਆਪਣਾ ਹੀ ਉਹਦਾ ਸਭ ਕੁਝ ਸਿਸਟਮ ਹੈ। ਉਹਦੀ ਆਪਣੀ ਰਜ਼ਾ, ਉਹਦੇ ਆਪਣੇ ਹੁਕਮ ਵਿੱਚ ਸਭ ਕੁਝ ਹੋ ਰਿਹਾ ਹੈ। ਸਭ ਆਪੇ ਤੁਧ ਉਪਾਇਕ ਹੈ, ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਔਰ ਇਹ ਆਪਣੀ ਬਣਾਈ ਹੋਈ ਸਾਰੀ ਰਚਨਾ ਦੀ ਕਾਰ ਚਲਦੀ ਹੋਈ ਵੇਖ ਕੇ, ਸਭ ਚੀਜ਼ਾਂ ਨੂੰ ਆਪਣੇ ਰਜ਼ਾ ਦੇ ਅਨੁਕੂਲ, ਆਪਣੇ ਹੁਕਮ ਦੇ ਅਧੀਨ ਚਲਦਾ ਹੋਇਆ ਵੇਖ ਕੇ, ਆਪਣੀ ਇਹ ਸਾਰੀ ਰਚਨਾ ਨੂੰ ਵੇਖ ਕੇ ਤੂੰ ਆਪ ਹੀ ਵਿਕਾਸ ਦੇ ਵਿੱਚ, ਪ੍ਰਸੰਨਤਾ ਦੇ ਵਿੱਚ ਤੂੰ ਰਹਿੰਦਾ ਹੈ, ਹਮੇਸ਼ਾ ਖੇੜੇ ਵਿੱਚ ਰਹਿੰਦਾ ਹੈ। ਤੂੰ ਆਪੇ ਹੀ ਸਭ ਦੀ ਸੰਭਾਲ ਵੀ ਕਰਦਾ ਹੈ। ਵੇਖ ਤੋਂ ਭਾਵ ਜਿਹੜਾ ਹੈ, ਮੇਰਾ ਵੇਖਣਾ ਨਹੀਂ ਹੈ, ਬਲਕਿ ਸੰਭਾਲ ਕਰਨਾ ਹੈ। ਪਰਮਾਤਮਾ ਸਭ ਚੀਜ਼ਾਂ ਨੂੰ ਬਣਾ ਕੇ ਫਿਰ ਉਹਨਾਂ ਨੂੰ ਵੇਖ ਰਿਹਾ ਹੈ, ਦਾ ਭਾਵ ਹੈ ਕਿ ਉਹ ਸਭ ਚੀਜ਼ਾਂ ਦੀ ਸੰਭਾਲ ਵੀ ਕਰ ਰਿਹਾ ਹੈ। ਉਹਨਾਂ ਨੂੰ ਸਾਰਿਆਂ ਨੂੰ ਇੱਕ ਨਿਯਮ ਦੇ ਅਧੀਨ, ਇੱਕ ਕੋਐਗਜ਼ਿਸਟੈਂਸ ਦੇ ਸਿਚੁਏਸ਼ਨ ਦੇ ਅਧੀਨ ਸਾਰਿਆਂ ਨੂੰ ਮੇਨਟੇਨ ਵੀ ਕਰ ਰਿਹਾ ਹੈ। ਉਹ ਸਭ ਕੁਝ ਉਹਦੇ ਕੰਟਰੋਲ ਦੇ ਵਿੱਚ ਹੈ। ਉਹ ਇਹ ਸਭ ਕੁਝ ਕਰਦਿਆਂ ਹੋਇਆ ਉਹ ਹਮੇਸ਼ਾ ਖੇੜੇ ਦੇ ਵਿੱਚ ਰਹਿੰਦਾ ਹੈ। ਉਹਨੂੰ ਕਦੀ ਕੋਈ ਥਕਾਵਟ, ਕੋਈ ਤਕਲੀਫ ਨਹੀਂ ਹੁੰਦੀ। ਤਾਂ ਆਪਣੀ ਇਹ ਉਸਦੀ ਵਡਿਆਈ ਹੈ ਕਿ ਉਹ ਸਭ ਕੁਝ ਨੂੰ ਬਣਾ ਕੇ, ਸਭ ਕੁਝ ਦੀ ਸੰਭਾਲ ਕਰਦਾ ਹੋਇਆ ਵੀ ਹਮੇਸ਼ਾ ਹੀ ਖੇੜੇ ਦੀ, ਪੂਰਨ ਖਿੜਾਓ ਦੀ ਅਵਸਥਾ ਦੇ ਵਿੱਚ ਰਹਿੰਦਾ ਹੈ। ਹਰ ਤੁਧੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈਂ। ਤੂੰ ਸਦਾ ਕਾਇਮ ਰਹਿਣ ਵਾਲਾ, ਸਭ ਦਾ ਮਾਲਕ ਹੈ, ਔਰ ਤੇਰੇ ਤੋਂ ਬਾਹਰ ਕੋਈ ਚੀਜ਼ ਵੀ ਨਹੀਂ ਹੈ। ਕੋਈ ਇਹ ਨਹੀਂ ਹੈ ਕਿ ਭਈ
ਤੇਰੀ ਰਚਨਾ ਦੇ ਵਿੱਚ ਕੋਈ ਚੀਜ਼ ਤੇਰੇ ਕੰਟਰੋਲ ਤੋਂ ਬਾਹਰ ਹੋਵੇ, ਤੇਰੇ ਹੁਕਮ ਤੋਂ ਬਾਹਰ ਹੋ ਜਾਏ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਤੇਰੀ ਰਜ਼ਾ ਤੋਂ ਬਾਹਰ ਕੋਈ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਜਿਹੜੇ ਲੋਕੀ ਤੇਰੀ ਸਿਫਤ ਸਲਾਹ ਨਹੀਂ ਕਰਦੇ, ਤੇਰਾ ਸ਼ੁਕਰਾਨਾ ਨਹੀਂ ਕਰਦੇ, ਹੰਕਾਰ ਕਰਦੇ ਹਨ, ਉਹਨਾਂ ਦੇ ਵਾਸਤੇ ਵੀ ਤੇਰੇ ਨਿਯਮ ਹਨ। ਤੂੰ ਉਹਨਾਂ ਦੇ ਵਾਸਤੇ ਵੀ ਆਪਣੀ ਰਜ਼ਾ ਦੇ ਵਿੱਚ ਹੀ ਸਿਸਟਮ ਬਣਾਏ ਹੋਏ ਹਨ। ਕਿਸ ਨੂੰ ਸੁੱਖ ਮਿਲਣਾ ਹੈ, ਕਿਸ ਨੂੰ ਦੁੱਖ ਮਿਲਣਾ ਹੈ, ਕਿਸ ਦੀ ਤਰੱਕੀ ਹੋਣੀ ਹੈ, ਕਿਸ ਦੀ ਗਿਰਾਵਟ ਹੋਣੀ ਹੈ, ਇਹ ਸਭ ਕੁਝ ਤੇਰੇ ਆਪਣੇ ਬਣਾਏ ਹੋਏ ਨਿਯਮਾਂ ਦੇ ਅਨੁਕੂਲ ਹੀ ਚੱਲਦਾ ਹੈ। ਹਰ ਤੁਦੋਂ ਬਾਹਰ ਕਿਛ ਨਹੀਂ, ਤੂੰ ਸੱਚਾ ਸਾਈਂ, ਤੂੰ ਸਭ ਦਾ ਮਾਲਕ ਹੈ, ਸਦਾ ਕਾਇਮ ਰਹਿਣ ਵਾਲਾ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਔਰ ਤੂੰ ਸਭ ਜਗ੍ਹਾ ਦੇ ਉੱਤੇ ਸਭ ਬਿਨਾਂ ਕਿਸੇ ਬ੍ਰੇਕ ਦੇ ਕੰਟੀਨਿਊਏਸ਼ਨ ਵਿੱਚ ਸਭ ਥਾਈ ਮੌਜੂਦ ਹੈ, ਸਰਵ ਵਿਆਪਕ ਹੈ। ਸਭ ਥਾਵਾਂ ਦੇ ਉੱਤੇ ਤੂੰ ਆਪ ਹੀ ਮੌਜੂਦ ਹੈ। ਇਹ ਨਹੀਂ ਕਿਹਾ ਜਾ ਸਕਦਾ ਵੀ ਕੋਈ ਫਲਾਣਾ ਇਲਾਕਾ ਹੈ ਜਿੱਥੇ ਰੱਬ ਦਾ ਕੰਟਰੋਲ ਨਹੀਂ ਹੈ, ਜਿੱਥੇ ਰੱਬ ਦਾ ਨਿਯਮ ਨਹੀਂ ਚੱਲਦਾ। ਜੋ ਨਿਯਮ ਤੇਰੇ ਹਨ, ਜੋ ਤੇਰਾ ਹੁਕਮ ਹੈ, ਉਹ ਸਭ ਥਾਵਾਂ ਤੇ, ਸਭ ਜੀਵਾਂ ਦੇ ਉੱਤੇ, ਸਾਰੀ ਸ੍ਰਿਸ਼ਟੀ ਦੇ ਉੱਤੇ ਇੱਕ ਰਸ ਚੱਲਦਾ ਹੈ ਬਿਨਾਂ ਕਿਸੇ ਬ੍ਰੇਕ ਦੇ। ਹਰ ਤੁਦੋਂ ਬਾਹਰ ਕਿਛ ਨਹੀਂ, ਕਿ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਸਭ ਜੀਵਾਂ ਦੇ ਉੱਤੇ ਤੇਰਾ ਹੁਕਮ ਚੱਲਦਾ ਹੈ, ਸਭ ਥਾਵਾਂ ਤੇ ਤੇਰਾ ਹੁਕਮ ਚੱਲਦਾ ਹੈ। ਤੋ ਇਹ ਸਾਰੀਆਂ ਉਹਦੀਆਂ ਸਿਫਤਾਂ ਵਡਿਆਈਆਂ ਬਿਆਨ ਕਰਕੇ ਆਖਰੀ ਪੰਕਤੀ ਦੇ ਵਿੱਚ ਸਾਨੂੰ ਪ੍ਰੇਰਨਾ ਕਰ ਰਹੇ ਹਨ। ਹਰ ਤਿਸੈ ਧਿਆਵੋ ਸੰਤ ਜਨੋ, ਜੋ ਲਏ ਛਡਾਈ। हे ਸੰਤ ਜਨੋ, ਉਹਨੇ ਸੰਬੋਧਨ ਸਾਡੇ ਜੀਵਾਂ ਨੂੰ ਹੀ ਹੈ, ਸਾਰੀ ਮਨੁੱਖਤਾ ਨੂੰ ਸੰਬੋਧਨ ਹੈ, ਪਰ ਬੜੇ ਪਿਆਰ ਦੇ ਵਿੱਚ ਆ ਕੇ ਗੁਰੂ ਸਾਹਿਬ ਸਾਨੂੰ ਸੰਤ ਜਨੋ ਕਹਿ ਕੇ ਸੰਬੋਧਨ ਕਰ ਰਹੇ ਹਨ। ਸੰਤ ਜਨੋ ਦਾ ਵੈਸੇ ਭਾਵ ਤਾਂ ਉੱਤਮ ਪੁਰਸ਼ ਹੁੰਦਾ ਹੈ, ਉਹ ਇਨਸਾਨ ਜੋ ਰੱਬ ਦੇ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਜਾਣਦੇ ਹਨ, ਜੋ ਉਹਦੀ ਭਗਤੀ ਦੇ ਵਿੱਚ, ਪ੍ਰੇਮਾ ਭਗਤੀ ਵਿੱਚ ਜੁੜੇ ਹੋਏ ਹੁੰਦੇ ਹਨ। ਪਰ ਗੁਰੂ ਸਾਹਿਬ ਨੇ ਸਾਰੀ ਲੋਕਾਈ ਨੂੰ ਹੀ ਸੰਤ ਜਨੋ ਕਹਿ ਕੇ ਸੰਬੋਧਨ ਕੀਤਾ ਹੈ, ਕਿਉਂਕਿ ਉਹ ਇਹ ਮਹਿਸੂਸ ਕਰਦੇ ਹਨ ਕਿ ਸਭ ਜੀਵਾਂ ਨੂੰ ਹੀ ਇਸ ਸੰਤ ਜਨਾਂ ਦੀ ਪਦਵੀ ਤੇ ਪਹੁੰਚਣਾ ਇਹ ਮਨੁੱਖੀ ਜੀਵਨ ਦਾ ਫਰਜ਼ ਹੈ, ਸਭ ਦਾ ਟਾਰਗੇਟ ਹੈ। ਸੰਤ ਜਨ, ਸੰਤ ਲਫ਼ਜ਼ ਗੁਰਬਾਣੀ ਦੇ ਅੰਦਰ ਗੁਰੂ ਵਾਸਤੇ ਵੀ ਆਇਆ ਹੈ, ਪਰਮਾਤਮਾ ਵਾਸਤੇ ਵੀ ਆਇਆ ਹੈ, ਤੇ ਸਤਸੰਗੀਆਂ ਵਾਸਤੇ ਵੀ ਆਇਆ। ਇੱਥੇ ਸਤਸੰਗੀਆਂ ਵਾਸਤੇ ਜਿਹੜਾ ਵੀ ਗੁਰੂ ਦੀ ਗੱਲ ਸੁਣਨ ਵਾਸਤੇ ਹਾਜ਼ਰ ਹੈ, ਗੁਰੂ ਸਾਹਿਬ ਨੇ ਉਹਨਾਂ ਨੂੰ ਸਭ ਨੂੰ ਸੰਤ ਜਨੋ ਕਹਿ ਕੇ ਸੰਬੋਧਨ ਕੀਤਾ। ਤੇ ਜੋ ਵੀ ਗੁਰੂ ਦੀ ਬਾਣੀ ਪੜ੍ਹ ਰਿਹਾ ਹੈ, ਗੁਰੂ ਦੀ ਬਾਣੀ ਪੜ੍ਹਦੇ ਹੋਇਆ ਗੁਰੂ ਦੀ ਹਜ਼ੂਰੀ ਵਿੱਚ ਹੈ, ਉਹਨਾਂ ਸਭ ਨੂੰ ਵੀ ਸੰਤ ਜਨੋ ਕਹਿ ਕੇ ਸੰਬੋਧਨ ਕਰ ਰਹੇ ਹਨ। ਹਰ ਤਿਸੈ ਧਿਆਵੋ ਸੰਤ ਜਨੋ, ਉਸੇ ਹਰੀ ਨੂੰ ਤੁਸੀਂ ਵੀ ਧਿਆਓ, ਆਪਣੇ ਧਿਆਨ ਦੇ ਵਿੱਚ ਰੱਖੋ, ਉਸ ਨੂੰ ਚੇਤੇ ਵਿੱਚ ਰੱਖੋ। ਉਸ ਹਰੀ ਨੂੰ ਜੋ ਲਏ ਛਡਾਈ, ਜੋ ਤੁਹਾਨੂੰ ਵਿਕਾਰਾਂ ਤੋਂ ਛੁਡਾਉਣ ਦੇ ਸਮਰੱਥ ਹੈ ਔਰ ਛੁਡਾ ਲੈਂਦਾ ਹੈ। ਕਿਉਂਕਿ ਇਹ ਵਿਕਾਰ ਵੀ, ਇਹ ਮਾਇਆ ਦੇ ਜੋ ਵਿਕਾਰ ਹਨ, ਇਹ ਵੀ ਉਸਦੇ ਆਪਣੇ ਹੀ ਪੈਦਾ ਕੀਤੇ ਹੋਏ ਹਨ ਔਰ ਉਹਦੇ ਆਪਣੇ ਹੀ ਅਧੀਨ ਹਨ। ਇਹ ਵਿਕਾਰਾਂ ਰੂਪੀ ਮਾਇਆ ਵੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੈ। ਸ੍ਰਿਸ਼ਟੀ ਦੇ ਅੰਦਰ ਜੋ ਮਾਇਆ ਦਾ ਪਸਾਰਾ ਹੈ, ਉਹ ਵੀ ਪ੍ਰਭੂ ਦੀ ਆਪਣੀ ਹੀ ਖੇਡ ਦਾ ਇੱਕ ਹਿੱਸਾ ਹੈ, ਉਹਦੀ ਆਪਣੀ ਹੀ ਰਚਨਾ ਹੈ। ਤੇ ਵਿਕਾਰਾਂ ਤੋਂ ਕਿਵੇਂ ਇਨਸਾਨ ਨੇ ਉੱਚਾ ਉੱਠਣਾ ਹੈ, ਇਹ ਸਾਰੀ ਸਮਰੱਥਾ ਵੀ ਉਸ ਪ੍ਰਭੂ ਦੇ ਕੋਲ ਹੀ ਹੈ। ਉਹ ਆਪ ਹੀ ਐਸੇ ਹਾਲਾਤ ਬਣਾਉਂਦਾ ਹੈ, ਗੁਰੂ ਸੱਚੇ ਗੁਰੂ ਦੀ ਸੰਗਤ ਬਖਸ਼ਦਾ ਹੈ, ਜਿਹਦੀ ਸਿੱਖਿਆ ਲੈ ਕੇ ਇਨਸਾਨ ਵਿਕਾਰਾਂ ਦੇ ਉੱਤੇ ਕਾਬੂ ਪਾ ਸਕਦਾ ਹੈ, ਉਹਨਾਂ ਦੇ ਬੰਧਨ ਤੋਂ ਛੁੱਟ ਸਕਦਾ ਹੈ। ਤਾਂ ਇਸ ਲਈ ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ ਕਿ ਉਸੇ ਹੀ ਪ੍ਰਭੂ ਦਾ ਧਿਆਨ ਧਰੋ, ਉਸੇ ਨੂੰ ਹੀ ਆਪਣੇ ਚੇਤੇ ਵਿੱਚ ਰੱਖੋ, ਆਪਣੀ ਯਾਦ ਵਿੱਚ ਰੱਖੋ, ਜੋ ਵਿਕਾਰਾਂ ਤੋਂ ਛੁਡਾਉਣ ਦੇ ਸਮਰੱਥ ਹੈ, ਛੁਡਾ ਲੈਂਦਾ ਹੈ। ਉਹ ਬਖਸ਼ਿਸ਼ ਕਰਕੇ ਸਾਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਜੇ ਉਸ ਦੇ ਨਾਲ ਜੁੜੇ ਰਵਾਂਗੇ ਤੇ ਵਿਕਾਰਾਂ ਤੋਂ ਬਚੇ ਰਵਾਂਗੇ। ਸੋ ਇਸ ਪੌੜੀ ਦੇ ਅੰਦਰ ਉਸ ਪ੍ਰਭੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਸਾਨੂੰ ਵੀ ਗੁਰੂ ਸਾਹਿਬ ਪ੍ਰੇਰਨਾ ਕਰ ਰਹੇ ਹਨ ਕਿ ਉਸ ਪ੍ਰਭੂ ਦੇ ਨਾਮ ਦੇ ਨਾਲ ਹੀ ਜੁੜੇ ਰਹੋ, ਉਹਦੀ ਯਾਦ ਨੂੰ ਹਿਰਦੇ 'ਚ ਵਸਾਓ, ਜੋ ਸਰਬ ਕਲਾ ਸਮਰੱਥ ਹੈ, ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ, ਸਾਰੀ ਸ੍ਰਿਸ਼ਟੀ ਦੀ ਸੰਭਾਲ ਕਰ ਰਿਹਾ ਹੈ, ਉਹਦੇ ਤੋਂ ਬਾਹਰ ਕੁਝ ਨਹੀਂ ਹੈ, ਕਿਸੇ ਥਾਂ ਤੇ ਵੀ ਉਹਦਾ ਹੁਕਮ ਦੀ ਅਣਹੋਂਦ ਨਹੀਂ ਹੈ, ਸਭ ਥਾਈਂ ਉਹਦਾ ਹੁਕਮ ਚੱਲਦਾ ਹੈ, ਸਭ ਜੀਵਾਂ ਤੇ ਚੱਲਦਾ ਹੈ। ਤਾਂ ਐਸੇ ਪ੍ਰਭੂ ਨੂੰ ਹਮੇਸ਼ਾ ਹੀ ਆਪਣੀ ਯਾਦ ਵਿੱਚ ਰੱਖੋ, ਜੋ ਵਿਕਾਰਾਂ ਤੋਂ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ ਔਰ ਸਾਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। तो इतने ही वचन प्रवान करने जी होइयां भुल्लां दी खिमा। वाहिगुरू जी का खालसा वाहिगुरू जी।